ਜੋ ਤੁਸੀਂ ਰਿਪੋਰਟਿੰਗ ਕਰ ਰਹੇ ਸੀਗੇ, ਰਿਪੋਰਟਿੰਗ ਦੌਰਾਨ ਹੀ ਭਾਰਤ ਦੇ ਵਿੱਚ ਸਾਰੇ ਲੋਕ ਜਾਣਦੇ ਨੇ ਕਿ ਰਿਪੋਰਟਿੰਗ ਦੌਰਾਨ ਹੀ ਤੁਹਾਨੂੰ ਸਿੰਘੂ ਬਾਰਡਰ ਦੇ ਉੱਤੋਂ ਚੁੱਕਿਆ ਗਿਆ। ਪੁਲਿਸ ਦੇ ਵੱਲੋਂ ਉਸ ਵੇਲੇ ਤੁਹਾਨੂੰ ਚੁੱਕ ਲਿਆ ਗਿਆ। ਉਹ ਤਸਵੀਰਾਂ ਵੀ ਜਿਹੜੀਆਂ ਨੇ ਸਾਰਿਆਂ ਨੇ ਦੇਖੀਆਂ, ਉਹ ਵੀਡੀਓ ਵੀ ਬਣੀ। ਮਨਦੀਪ, ਕੀ ਲੱਗਦਾ ਹੈ, ਕੀ ਤੁਸੀਂ ਇਹੋ ਜਿਹੀ ਰਿਪੋਰਟਿੰਗ ਕਰ ਰਹੇ ਸੀਗੇ, ਕੀ ਪੁਲਿਸ ਨੇ ਟਾਰਗੇਟ ਕਰਕੇ ਤੁਹਾਨੂੰ ਚੁੱਕਿਆ? ਤੇ 29 ਤਰੀਕ ਨੂੰ ਕਿਸਾਨਾਂ ਤੇ ਬੱਟੇ ਮਾਰੇ ਗਏ ਸੀ। ਉਹਦੇ 'ਚ ਜਿਹੜੇ ਬੱਟੇ ਮਾਰਨ ਵਾਲੇ ਸੀਗੇ ਉਹਨਾਂ ਦੀ ਮੈਂ ਪਛਾਣ ਕਰ ਲਈ ਸੀ, ਜਿਹੜੇ ਕਿ ਸੱਤਾਧਾਰੀ ਪਾਰਟੀ ਹੈਗੀ ਆ ਉਹਦੇ ਜਿਹੜੇ ਨੁਮਾਇੰਦੇ ਸੀਗੇ ਜਿਨ੍ਹਾਂ ਨੇ ਬੱਟੇ ਮਾਰੇ ਸੀ ਕਿਸਾਨਾਂ ਤੇ। ਪੁਲਿਸ ਦਾ ਜਿਹੜਾ ਰੋਲ ਹੈਗਾ ਉਹਦੇ ਤੇ ਵੀ ਮੈਂ ਸਵਾਲ ਚੁੱਕੇ ਸੀ ਕਿ ਪੁਲਿਸ ਅਥਰੂ ਗੈਸ ਦੇ ਗੋਲੇ ਛੱਡ ਕੇ ਉਹਨਾਂ ਨੂੰ ਬੈਕਅਪ ਦੇ ਰਹੀ ਸੀ। ਕਿਸਾਨਾਂ ਦੇ ਅੱਖਾਂ 'ਚ ਹੰਝੂ ਸੀਗੇ ਤੇ ਦੂਜੇ ਪਾਸੇ ਜਿਹੜੇ ਸਟੋਨ ਪੈਲਟਰ ਸੀਗੇ, ਜਿਹੜੇ ਬੀਜੇਪੀ ਦੇ ਲੋਕ ਸੀਗੇ, ਉਹ ਬੱਟੇ ਮਾਰ ਰਹੇ ਸੀ ਕਿਸਾਨਾਂ ਤੇ। ਇਸ ਤੇ ਮੈਂ ਰਿਪੋਰਟ ਕੀਤੀ ਸੀ, ਉਸ ਤੋਂ ਬਾਅਦ ਮੈਨੂੰ ਚੁੱਕਿਆ ਹੋਇਆ। ਜੇਲ੍ਹ ਦੇ ਵਿੱਚ ਜਦੋਂ ਤੁਸੀਂ ਗਏ ਮਨਦੀਪ, ਤਾਂ ਆਲੇ ਦੁਆਲੇ ਕੀ ਕੁਝ ਦਿਖਾਈ ਦੇ ਰਿਹਾ ਸੀ? ਕੀ ਤਸਵੀਰ ਬਣੀ ਹੋਈ ਸੀ? ਕੀ ਆਲਾ ਦੁਆਲਾ ਤੁਹਾਡਾ ਕਹਿ ਰਿਹਾ ਸੀਗਾ? ਔਰ ਕੀ ਤੁਸੀਂ ਉੱਥੋਂ ਵੀ ਕੋਈ ਸਟੋਰੀ ਲੈ ਕੇ ਆਏ ਹੋ? ਮੈਨੂੰ ਲੱਗ ਰਿਹਾ ਸੀਗਾ ਕਿ ਮੈਂ ਵੱਡਾ ਵਿਕਟਿਮ ਹਾਂ, ਪਰ ਮੇਰੇ ਤੋਂ ਵੱਡੇ ਵਿਕਟਿਮ ਉਹ ਕਿਸਾਨ ਸੀਗੇ ਜਿਨ੍ਹਾਂ ਨਾਲ ਮੈਨੂੰ ਬੰਦ ਕੀਤਾ ਗਿਆ। ਉੱਥੇ ਜਿਹੜੀ ਚੱਕੀ ਸੀਗੀ ਜਿਹਦੇ 'ਚ ਮੈਨੂੰ ਬੰਦ ਕੀਤਾ ਗਿਆ, ਉੱਥੇ ਜਸਮਿੰਦਰ ਸੀਗੇ, ਕਿਸਾਨ ਮਾਨਸਾ ਦੇ ਪੈਰੋਂ ਪਿੰਡ ਦੇ। ਉਹਨਾਂ ਨੇ ਆਪਣੇ ਜਦੋਂ ਪਿੰਡੇ ਤੇ ਜਿਹੜੇ ਸੱਟਾਂ ਮਾਰੀਆਂ ਸੀ ਪੁਲਿਸ ਨੇ, ਉਹ ਸਾਰੀ ਦਿਖਾਈਆਂ, ਤਾਂ ਮੈਨੂੰ ਲੱਗਿਆ ਕਿ ਉਹ ਮੇਰੇ ਤੋਂ ਵੀ ਵੱਡੇ ਵਿਕਟਿਮ ਹੈਗੇ ਆ। ਉਹਨਾਂ ਕਿਸਾਨਾਂ ਦੇ ਨਾਂ ਲਿਖ ਕੇ ਲੈ ਕੇ ਆਏ। ਉਹਨਾਂ ਨੇ ਜਿਹੜੀਆਂ ਮੇਰੇ ਨਾਲ ਗੱਲਾਂ ਕੀਤੀਆਂ ਸੀਗੀਆਂ, ਉਹ ਮੈਂ ਆਪਣੇ ਹੱਥਾਂ ਤੇ, ਬਾਹਾਂ ਤੇ ਲੱਤਾਂ ਤੇ ਲਿਖ ਕੇ ਲੈ ਕੇ ਆਇਆ, ਤਾਂ ਕਿ ਮੈਂ ਬਾਹਰ ਆ ਕੇ ਰਿਪੋਰਟ ਫਾਈਲ ਕਰ ਸਕਾਂ। ਤੇ ਮੈਂ ਕਰਾਂਵਾ ਮੈਗਜ਼ੀਨ 'ਚ ਮੈਂ ਉਹ ਰਿਪੋਰਟ ਵੀ ਫਾਈਲ ਕੀਤੀ ਹੈ। ਹਾਥਰਸ ਮਾਮਲੇ 'ਚ ਤੁਸੀਂ ਦੇਖੋਗੇ, ਜਦੋਂ ਇੱਕ ਦਲਿਤ ਕੁੜੀ ਨਾਲ ਰੇਪ ਹੁੰਦਾ ਤੇ ਉਹਦਾ ਕਤਲ ਹੋ ਜਾਂਦਾ, ਉਹਦੀ ਰਿਪੋਰਟ ਕਰਨ ਵਾਸਤੇ ਜਿਹੜੇ ਪੱਤਰਕਾਰ ਸੀਗੇ ਕੱਪਨ ਸਿੱਦੀਕੀ ਸਾਹਿਬ ਜਾਂਦੇ ਨੇ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ 4 ਮਹੀਨੇ ਤੋਂ ਜੇਲ੍ਹ 'ਚ ਹੈਗੇ ਆ। ਜਿਸ ਵੇਲੇ ਤੁਹਾਨੂੰ ਜੇਲ੍ਹ 'ਚ ਲਿਜਾਇਆ ਗਿਆ, ਮਨਦੀਪ, ਤੁਸੀਂ ਦੱਸ ਰਹੇ ਸੀਗੇ ਵੀ ਉਦੋਂ ਪੁਲਿਸ ਤੁਹਾਨੂੰ ਜਾਣਦੀ ਸੀ ਚੰਗੇ ਤਰੀਕੇ ਨਾਲ, ਤੁਹਾਡਾ ਨਾਮ ਲੈ ਕੇ ਤੁਹਾਨੂੰ ਕੁੱਟ ਰਹੀ ਸੀਗੀ। ਰਿਪੋਰਟ ਸੀਗੀ ਜਿਹੜੀ ਮੈਂ 30 ਤਰੀਕ ਨੂੰ ਸਵੇਰੇ ਜਿਹੜੀ ਵੀਡੀਓ ਫਾਈਲ ਕੀਤੀ, ਉਹਦੇ ਵਿੱਚ ਮੈਂ ਦੱਸਿਆ ਕਿ ਜਿਹੜਾ ਬੀਜੇਪੀ ਦੇ ਜਿਹੜੇ ਕੌਣ ਲੋਕ ਸੀ ਜਿਹੜੇ ਕੱਲ 29 ਤਰੀਕ ਨੂੰ ਜਿਹੜੇ ਬੱਟੇ ਮਾਰ ਰਹੇ ਸੀ, ਉਸ ਰਿਪੋਰਟ ਕਾਰਨ ਉਹਨਾਂ ਨੇ ਮੈਨੂੰ ਚੁੱਕਿਆ। ਮੈਨੂੰ ਲੱਗਦਾ ਇਹ ਮੇਰਾ ਮੰਨਣਾ ਹੈ। ਪੁਲਿਸ ਨੇ ਮੈਨੂੰ ਨਹੀਂ ਛੱਡਿਆ, ਇਹ ਤਾਂ ਕੋਰਟ ਦਾ ਮੈਂ ਥੈਂਕਸ ਕਰਾਂਗਾ। ਉਹਨਾਂ ਨੇ ਬੇਲ ਦਿੱਤੀ ਹੈ ਨਾ, ਤੇ ਪੁਲਿਸ ਨੇ ਤਾਂ ਆਪਣੇ ਵੱਲੋਂ ਜਿੰਨੀ ਵੀ ਧਾਰਾਵਾਂ ਹੋ ਸਕਦੀਆਂ ਸੀਗੀਆਂ ਉਹ ਸਾਰੀਆਂ ਲਾਈਆਂ ਨੇ ਮੇਰੇ ਤੇ ਮੈਨੂੰ ਜੇਲ੍ਹ 'ਚ ਭੇਜਿਆ ਹੈਗਾ। ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ ਸਾਰੇ ਦਰਸ਼ਕਾਂ ਦਾ ਜਿਨ੍ਹਾਂ ਦੀ ਸੋਹਣੀ ਜੀ ਸਵੇਰ ਸਾਡੇ ਨਾਲ ਚੜੀ ਹੈ। ਉਹਨਾਂ ਦਾ ਦ ਮਾਰਨਿੰਗ ਸ਼ੋਅ ਦੇ ਵਿੱਚ ਮੈਂ ਸ਼ੈਰੀ ਬਹੁਤ ਸਵਾਗਤ ਕਰਦੀ ਹਾਂ। ਸਿੱਧਾ ਅਸੀਂ ਮੁੱਦੇ ਦੀ ਗੱਲ ਕਰਦੇ ਹਾਂ, ਭਾਰਤ ਦੀ ਹਲਚਲ ਦੀ ਗੱਲ ਕਰ ਰਹੇ ਹਾਂ। ਭਾਰਤ ਦੇ ਵਿੱਚ ਪੂਰਾ ਦਿਨ ਜਿਹੜਾ ਅੱਜ ਦਾ ਉਹ ਕਾਫੀ ਗਹਿਮਾ ਗਹਿਮੀ ਵਾਲਾ ਕਹਿ ਸਕਦੇ ਹਾਂ ਰਿਹਾ। ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਕਾਫੀ ਜ਼ਿਆਦਾ ਸ਼ੋਰ ਸ਼ਰਾਬਾ ਹੁੰਦਾ ਰਿਹਾ, ਕਾਫੀ ਗਰਮਾਹਟ ਜਿਹੜੀ ਹੈ ਚੱਲਦੀ ਰਹੀ। ਇੱਕ ਪਾਸੇ ਤਾਂ ਰਾਜ ਸਭਾ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਉਹ ਗੁਲਾਮ ਨਬੀ ਆਜ਼ਾਦ ਨੂੰ ਵਿਦਾਈ ਦਿੰਦੇ ਹੋਏ ਕਾਫੀ ਭਾਵੁਕ ਦਿਖਾਈ ਦਿੱਤੇ, ਹੰਝੂ ਵੀ ਉਹਨਾਂ ਦੀ ਅੱਖਾਂ ਦੇ ਵਿੱਚੋਂ ਆ ਗਏ। ਦੂਜੇ ਪਾਸੇ ਲੋਕ ਸਭਾ ਦੇ ਵਿੱਚ ਵੀ, ਰਾਜ ਸਭਾ ਦੇ ਵਿੱਚ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਕਾਫੀ ਜ਼ਿਆਦਾ ਘੇਰਿਆ। ਮੁੱਦਾ ਇੱਕੋ ਹੀ ਹੈ, ਕਿਸਾਨਾਂ ਦੇ ਮੁੱਦੇ ਉੱਤੇ ਬਹੁਤ ਜ਼ਿਆਦਾ ਸ਼ੋਰ ਸ਼ਰਾਬਾ ਹੁੰਦਾ ਰਿਹਾ। ਵਿਰੋਧੀਆਂ ਨੇ ਬਹੁਤ ਸਾਰੇ ਜਿਹੜੇ ਸਵਾਲ ਹੈ ਉਹ ਸਰਕਾਰ ਦੇ ਅੱਗੇ ਰੱਖੇ। ਸੋ ਇਸ ਤਰੀਕੇ ਨਾਲ ਕਾਫੀ ਗਹਿਮਾ ਗਹਿਮੀ ਚੱਲਦੀ ਪਈ। ਦੂਜੀ ਹਲਚਲ ਅਜਿਹੇ ਦੇ ਵਿੱਚ ਇਹ ਦੇਖਣ ਨੂੰ ਮਿਲੀ ਕਿ ਜਿਹੜੇ ਦੀਪ ਸਿੱਧੂ ਨੇ ਉਹ ਚੁੱਕੇ ਗਏ ਨੇ, ਯਾਨੀ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਦੀਪ ਸਿੱਧੂ ਚੁੱਕੇ ਗਏ ਨੇ ਤੇ ਜਿਹੜੇ ਇਸ ਤੋਂ ਇਲਾਵਾ ਰਿਪੋਰਟਿੰਗ ਕਰਦੇ ਹੋਏ ਹੁਣ ਇਸ ਮੁੱਦੇ ਦੇ ਉੱਤੇ ਹਰ ਕੋਈ ਆਪਣਾ ਪਹਿਲੂ ਰੱਖ ਰਿਹਾ ਹੈ। ਜਿਹੜਾ ਵੀ ਕਿਸਾਨ ਅੰਦੋਲਨ ਦੇ ਉੱਤੇ ਜਿਹੜਾ ਹੈ ਕੋਈ ਵੀ ਆਪਣੀ ਗੱਲ ਰੱਖ ਰਿਹਾ, ਉਸ ਨਾਲ ਕੁਛ ਨਾ ਕੁਛ ਤਾਂ ਹੁੰਦਾ ਖੈਰ ਦਿਖਾਈ ਦੇ ਹੀ ਰਿਹਾ। ਕੁਝ ਪੱਤਰਕਾਰ ਵੀ ਅਜਿਹੇ ਸਨ ਜਿਨ੍ਹਾਂ ਨੇ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੇ ਰਿਪੋਰਟਿੰਗ ਕੀਤੀ, ਜਿਨ੍ਹਾਂ ਨੇ ਸਰਕਾਰ ਨੂੰ ਸਵਾਲ ਕਰਨੇ ਸ਼ੁਰੂ ਕਰ ਦਿੱਤੇ, ਪੁਲਿਸ ਵਾਲਿਆਂ ਨੂੰ ਬਹੁਤ ਸਾਰੇ ਸਵਾਲ ਕੀਤੇ, ਤਾਂ ਉਹ ਪੱਤਰਕਾਰ ਵੀ ਜਿਹੜੇ ਨੇ ਉਹ ਚੁੱਕੇ ਗਏ। ਅਜਿਹੇ ਹੀ ਇੱਕ ਪੱਤਰਕਾਰ ਅੱਜ ਸਾਡੇ ਨਾਲ ਵੀ ਜੁੜੇ ਨੇ, ਕਾਰਵਾਂ ਮੈਗਜ਼ੀਨ ਦੇ ਪੱਤਰਕਾਰ ਨੇ ਮਨਦੀਪ ਪੁਨੀਆ। ਭਾਰਤ ਦੇ ਵਿੱਚ ਸਾਰੇ ਮਨਦੀਪ ਪੁਨੀਆ ਨੂੰ ਜਾਣਦੇ ਹੋਣਗੇ, ਹੋਰ ਵੀ ਥਾਵਾਂ ਦੇ ਉੱਤੇ ਸਾਰੇ ਜਾਣਦੇ ਹੋਣਗੇ। ਮਨਦੀਪ ਪੁਨੀਆ ਹੁਣ ਤਾਂ ਖੈਰ ਜੇਲ੍ਹ ਦੇ ਵਿੱਚੋਂ ਬਾਹਰ ਆ ਚੁੱਕੇ ਨੇ। ਰਿਪੋਰਟਿੰਗ ਕਰਦੇ ਹੋਏ ਸਿੰਘੂ ਬਾਰਡਰ ਤੋਂ ਹੀ ਮਨਦੀਪ ਪੁਨੀਆ ਨੂੰ ਚੁੱਕਿਆ ਗਿਆ ਸੀ। ਮਨਦੀਪ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਮਨਦੀਪ, ਬਹੁਤ ਸਵਾਗਤ ਹੈ ਜੀ ਦਾ ਮਾਰਨਿੰਗ ਸ਼ੋਅ ਦੇ ਵਿੱਚ। ਜੀ ਸ਼ੁਕਰੀਆ ਮੈਮ। ਜੀ ਮਨਦੀਪ, ਜਿਸ ਤਰੀਕੇ ਨਾਲ ਜੋ ਤੁਸੀਂ ਰਿਪੋਰਟਿੰਗ ਕਰ ਰਹੇ ਸੀਗੇ, ਰਿਪੋਰਟਿੰਗ ਦੌਰਾਨ ਹੀ ਭਾਰਤ ਦੇ ਵਿੱਚ ਸਾਰੇ ਲੋਕ ਜਾਣਦੇ ਨੇ ਕਿ ਰਿਪੋਰਟਿੰਗ ਦੌਰਾਨ ਹੀ ਤੁਹਾਨੂੰ ਸਿੰਘੂ ਬਾਰਡਰ ਦੇ ਉੱਤੋਂ ਚੁੱਕਿਆ ਗਿਆ। ਪੁਲਿਸ ਦੇ ਵੱਲੋਂ ਉਸ ਵੇਲੇ ਤੁਹਾਨੂੰ ਚੁੱਕ ਲਿਆ ਗਿਆ। ਉਹ ਤਸਵੀਰਾਂ ਵੀ ਜਿਹੜੀਆਂ ਨੇ ਸਾਰਿਆਂ ਨੇ ਦੇਖੀਆਂ, ਉਹ ਵੀਡੀਓ ਵੀ ਬਣੀ। ਮਨਦੀਪ, ਕੀ ਲੱਗਦਾ ਹੈ, ਕੀ ਤੁਸੀਂ ਇਹੋ ਜਿਹੀ ਰਿਪੋਰਟਿੰਗ ਕਰ ਰਹੇ ਸੀਗੇ, ਕੀ ਪੁਲਿਸ ਨੇ ਟਾਰਗੇਟ ਕਰਕੇ ਤੁਹਾਨੂੰ ਚੁੱਕਿਆ? ਜੀ ਟਾਰਗੇਟ ਕਰਕੇ ਚੁੱਕਿਆ ਗਿਆ, ਕਿਉਂਕਿ ਮੈਂ
ਉਸ ਦਿਨ ਰਿਪੋਰਟ ਕਰ 29 ਤਰੀਕ ਵਾਲੇ ਇਨਸੀਡੈਂਟ ਤੇ ਮੈਂ ਰਿਪੋਰਟ ਕਰ ਰਿਹਾ ਸੀ ਤੇ 29 ਤਰੀਕ ਨੂੰ ਕਿਸਾਨਾਂ ਤੇ ਬੱਟੇ ਮਾਰੇ ਗਏ ਸੀ। ਉਹਦੇ 'ਚ ਜਿਹੜੇ ਬੱਟੇ ਮਾਰਨ ਵਾਲੇ ਸੀਗੇ ਉਹਨਾਂ ਦੀ ਮੈਂ ਪਛਾਣ ਕਰ ਲਈ ਸੀ, ਜਿਹੜੇ ਕਿ ਸੱਤਾਧਾਰੀ ਪਾਰਟੀ ਹੈਗੀ ਆ ਉਹਦੇ ਜਿਹੜੇ ਨੁਮਾਇੰਦੇ ਸੀਗੇ ਜਿਨ੍ਹਾਂ ਨੇ ਬੱਟੇ ਮਾਰੇ ਸੀ ਕਿਸਾਨਾਂ ਤੇ ਪੁਲਿਸ ਦਾ ਜਿਹੜਾ ਰੋਲ ਹੈਗਾ ਉਹਦੇ ਤੇ ਵੀ ਮੈਂ ਸਵਾਲ ਚੁੱਕੇ ਸੀ ਕਿ ਪੁਲਿਸ ਅਥਰੂ ਗੈਸ ਦੇ ਗੋਲੇ ਛੱਡ ਕੇ ਉਹਨਾਂ ਨੂੰ ਬੈਕਅਪ ਦੇ ਰਹੀ ਸੀ। ਕਿਸਾਨਾਂ ਦੇ ਅੱਖਾਂ 'ਚ ਹੰਝੂ ਸੀਗੇ ਤੇ ਦੂਜੇ ਪਾਸੇ ਜਿਹੜੇ ਸਟੋਨ ਪੈਲਟਰ ਸੀਗੇ, ਜਿਹੜੇ ਬੀਜੇਪੀ ਦੇ ਲੋਕ ਸੀਗੇ, ਉਹ ਬੱਟੇ ਮਾਰ ਰਹੇ ਸੀ ਕਿਸਾਨਾਂ ਤੇ। ਇਸ ਤੇ ਮੈਂ ਰਿਪੋਰਟ ਕੀਤੀ ਸੀ, ਉਸ ਤੋਂ ਬਾਅਦ ਮੈਨੂੰ ਚੁੱਕਿਆ ਗਿਆ। ਜੀ। ਮਨਦੀਪ, ਜੇਲ੍ਹ ਦੇ ਵਿੱਚ ਤੁਹਾਨੂੰ ਲਿਜਾਇਆ ਗਿਆ, ਤੁਸੀਂ ਹਾਲਾਂਕਿ ਬਾਹਰ ਆਏ ਤਾਂ ਤੁਸੀਂ ਉਹ ਸਾਰੀ ਦਾਸਤਾਨ ਜਿਹੜੀ ਹੈ ਉਹ ਦੱਸੀ ਵੀ ਹੈ। ਜੇਲ੍ਹ ਦੇ ਵਿੱਚ ਜਦੋਂ ਤੁਸੀਂ ਗਏ ਮਨਦੀਪ, ਤਾਂ ਆਲੇ ਦੁਆਲੇ ਕੀ ਕੁਝ ਦਿਖਾਈ ਦੇ ਰਿਹਾ ਸੀ? ਕੀ ਤਸਵੀਰ ਬਣੀ ਹੋਈ ਸੀ? ਕੀ ਆਲਾ ਦੁਆਲਾ ਤੁਹਾਡਾ ਕਹਿ ਰਿਹਾ ਸੀਗਾ? ਔਰ ਕੀ ਤੁਸੀਂ ਉੱਥੋਂ ਵੀ ਕੋਈ ਸਟੋਰੀ ਲੈ ਕੇ ਆਏ ਹੋ? ਜੀ, ਮੈਂ ਉੱਥੋਂ ਵੀ ਅਸਲ 'ਚ ਮੈਂ ਜਦੋਂ ਜੇਲ੍ਹ 'ਚ ਗਿਆ ਉਦੋਂ ਮੈਨੂੰ ਲੱਗ ਰਿਹਾ ਸੀਗਾ ਕਿ ਮੈਂ ਵੱਡਾ ਵਿਕਟਿਮ ਹਾਂ, ਪਰ ਮੇਰੇ ਤੋਂ ਵੱਡੇ ਵਿਕਟਿਮ ਉਹ ਕਿਸਾਨ ਸੀਗੇ ਜਿਨ੍ਹਾਂ ਨਾਲ ਮੈਨੂੰ ਬੰਦ ਕੀਤਾ ਗਿਆ। ਉੱਥੇ ਜਿਹੜੀ ਚੱਕੀ ਸੀਗੀ ਜਿਹਦੇ 'ਚ ਮੈਨੂੰ ਬੰਦ ਕੀਤਾ ਗਿਆ, ਉੱਥੇ ਜਸਵਿੰਦਰ ਸੀਗੇ, ਕਿਸਾਨ ਮਾਨਸਾ ਦੇ ਪੈਰੋਂ ਪਿੰਡ ਦੇ। ਉਹਨਾਂ ਨੇ ਆਪਣੇ ਜਦੋਂ ਪਿੰਡੇ ਤੇ ਜਿਹੜੇ ਸੱਟਾਂ ਮਾਰੀਆਂ ਸੀ ਪੁਲਿਸ ਨੇ, ਉਹ ਸਾਰੀ ਦਿਖਾਈਆਂ ਤਾਂ ਮੈਨੂੰ ਲੱਗਿਆ ਕਿ ਉਹ ਮੇਰੇ ਤੋਂ ਵੀ ਵੱਡੇ ਵਿਕਟਿਮ ਹੈਗੇ ਆ। ਉਹਨਾਂ ਦੇ ਪਿੰਡਿਆਂ ਤੇ ਮੇਰੇ ਤੋਂ ਜ਼ਿਆਦਾ ਵੱਡੀ ਸੱਟਾਂ ਸੀਗੀਆਂ। ਫਿਰ ਮੈਨੂੰ ਲੱਗਿਆ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਜਿਹੜਾ ਪੱਤਰਕਾਰਿਤਾ ਦੀ, ਤਾਂ ਪੱਤਰਕਾਰਿਤਾ ਦਾ ਇੱਕ ਧਰਮ ਇਹ ਵੀ ਹੈ ਕਿ ਜਿਹੜੀ ਸੱਤਾ ਹੈਗੀ ਆ ਉਹ ਜਦੋਂ ਲੋਕਾਂ ਤੇ ਦਮਨ ਕਰਦੀ ਹੈ ਉਹਨਾਂ ਦੀ ਰਿਪੋਰਟ ਕਰਨਾ। ਤਾਂ ਮੈਨੂੰ ਲੱਗਿਆ ਕਿ ਇਹਨਾਂ ਬਾਰੇ ਵੀ ਰਿਪੋਰਟ ਕਰਨੀ ਚਾਹੀਦੀ। ਤਾਂ ਫਿਰ ਮੈਂ ਜੇਲ੍ਹ ਦੇ ਅੰਦਰੋਂ ਹੀ ਜਿਹੜੇ ਕਿਸਾਨਾਂ ਤੇ ਅਟੈਕ ਹੋਇਆ ਸੀ ਉਹਨਾਂ ਕਿਸਾਨਾਂ ਦੇ ਨਾਂ ਲਿਖ ਕੇ ਲੈ ਕੇ ਆਇਆ। ਉਹਨਾਂ ਨੇ ਜਿਹੜੀਆਂ ਮੇਰੇ ਨਾਲ ਗੱਲਾਂ ਕੀਤੀਆਂ ਸੀਗੀਆਂ ਉਹ ਮੈਂ ਆਪਣੇ ਹੱਥਾਂ ਤੇ, ਬਾਹਾਂ ਤੇ ਲੱਤਾਂ ਤੇ ਲਿਖ ਕੇ ਲੈ ਕੇ ਆਇਆ ਤਾਂ ਕਿ ਮੈਂ ਬਾਹਰ ਆ ਕੇ ਰਿਪੋਰਟ ਫਾਈਲ ਕਰ ਸਕਾਂ। ਤੇ ਮੈਂ ਕੈਰਾਵਾਂ ਮੈਗਜ਼ੀਨ 'ਚ ਮੈਂ ਉਹ ਰਿਪੋਰਟ ਵੀ ਫਾਈਲ ਕੀਤੀ ਹੈ। ਜੀ ਮਨਦੀਪ, ਭਾਰਤ ਦੇ ਲੋਕ ਜਿਹੜੇ ਆ, ਤੁਸੀਂ ਲਗਾਤਾਰ ਜਦੋਂ ਲਾਈਵ ਹੁੰਦੇ ਰਹੇ ਹੋ, ਤੁਹਾਨੂੰ ਸੁਣਦੇ ਰਹੇ ਨੇ, ਤੁਹਾਨੂੰ ਦੇਖਦੇ ਰਹੇ ਨੇ, ਜੋ ਤੁਸੀਂ ਗੱਲ ਬਿਆਨ ਕੀਤੀ ਉਹਨਾਂ ਨੇ ਸੁਣੀ ਹੈ। ਕੈਨੇਡਾ ਦੇ ਜਿਹੜੇ ਲੋਕ ਹੈ ਉਹ ਵੀ ਹੁਣ ਸੁਣਨਾ ਚਾਹੁੰਦੇ ਨੇ। ਅਸੀਂ ਚਾਹੁੰਦੇ ਹਾਂ ਕਿ ਜੋ ਵੀ ਤੁਹਾਡੇ ਨਾਲ ਉੱਥੇ ਵਾਪਰਿਆ ਉਹ ਸਾਰੀ ਤੁਸੀਂ ਦਾਸਤਾਨ ਜਿਹੜੀ ਆ ਉਹ ਬਿਆਨ ਕਰੋ, ਤਾਂ ਕਿ ਕੈਨੇਡਾ ਦੇ ਲੋਕ ਜਿਹੜੇ ਨੇ ਜਾਂ ਹੋਰ ਮੁਲਕਾਂ ਦੇ ਲੋਕ ਜਿਹੜੇ ਇਸ ਵੇਲੇ ਸਾਡੇ ਨਾਲ ਮਾਰਨਿੰਗ ਸ਼ੋਅ ਦੇ ਵਿੱਚ ਜੁੜੇ ਹੋਏ ਨੇ, ਉਹ ਵੀ ਇਸ ਪੂਰੀ ਗੱਲ ਨੂੰ ਸਮਝ ਸਕਣ ਕਿ ਤੁਹਾਡੇ ਨਾਲ ਕੀ ਬੀਤਿਆ। ਸੋ ਪਲੀਜ਼ ਉਸ ਚੀਜ਼ ਦੀ ਡਿਟੇਲ ਜਿਹੜੀ ਹੈ ਉਹ ਦੱਸੋ ਕਿ ਤੁਸੀਂ ਮਹਿਸੂਸ ਕਿਵੇਂ ਦਾ ਕਰ ਰਹੇ ਸੀਗੇ ਜਦੋਂ ਇਹ ਚੀਜ਼ ਵਾਪਰੀ। ਸਭ ਤੋਂ ਵੱਡੀ ਗੱਲ ਹੈ ਮਨਦੀਪ, ਜਦੋਂ ਤੁਸੀਂ ਰਿਪੋਰਟਿੰਗ ਕਰ ਰਹੇ ਸੀ ਤਾਂ ਕਿਤੇ ਨਾ ਕਿਤੇ ਜ਼ਿਹਨ ਦੇ ਵਿੱਚ ਇਹ ਚੀਜ਼ ਸੀਗੀ ਵੀ ਤੁਹਾਡੇ ਨਾਲ ਇਦਾਂ ਦਾ ਕੁਝ ਹੋ ਸਕਦਾ ਹੈ? ਤੁਸੀਂ ਤਿਆਰ ਸੀਗੇ ਉਸ ਚੀਜ਼ ਲਈ ਕਿ ਪੁਲਿਸ ਕਿਸੇ ਵੀ ਵੇਲੇ ਕੁਝ ਵੀ ਕਰ ਸਕਦੀ ਜਾਂ ਤੁਹਾਨੂੰ ਚੁੱਕਿਆ ਵੀ ਜਾ ਸਕਦਾ ਹੈ? ਦੇਖੋ ਜੀ, ਮੇਰਾ ਤਾਂ ਜੋ ਸੀਗਾ, ਮੈਨੂੰ ਇਹ ਲੱਗ ਰਿਹਾ ਕਿ ਜਦੋਂ ਵੀ ਜਿਹੜੀ ਕੋਈ ਵੀ ਪੱਤਰਕਾਰਿਤਾ ਦਾ ਗੋਲਡਨ ਪੀਰੀਅਡ ਤਾਂ ਰਿਹਾ ਨਹੀਂ, ਪਰ ਜਿਹੜਾ ਟਾਈਮ ਹੈਗਾ ਉਹ ਸਭ ਤੋਂ ਮਾੜਾ ਟਾਈਮ ਹੈਗਾ। ਤੇ ਇਹ ਡਰ ਤਾਂ ਸੀਗਾ ਹੀ ਕਿ ਆਪਾਂ ਰਿਪੋਰਟ ਕਰ ਰਹੇ ਹਾਂ ਤੇ ਕਦੇ ਸਾਨੂੰ ਚੁੱਕ ਨਾ ਲਿਆ ਜਾਵੇ। ਤੇ ਹੋਇਆ ਵੀ ਐਂ, ਕਿਉਂਕਿ ਤੁਸੀਂ ਹਾਥਰਸ ਮਾਮਲੇ 'ਚ ਤੁਸੀਂ ਦੇਖੋਗੇ ਜਦੋਂ ਇੱਕ ਦਲਿਤ ਕੁੜੀ ਨਾਲ ਰੇਪ ਹੁੰਦਾ ਤੇ ਉਹਦਾ ਕਤਲ ਹੋ ਜਾਂਦਾ, ਉਹਦੀ ਰਿਪੋਰਟ ਕਰਨ ਵਾਸਤੇ ਜਿਹੜੇ ਪੱਤਰਕਾਰ ਸੀਗੇ ਕੱਪਨ ਸਿੱਦੀਕੀ ਸਾਹਿਬ ਜਾਂਦੇ ਨੇ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ 4 ਮਹੀਨੇ ਤੋਂ ਜੇਲ੍ਹ 'ਚ ਹੈਗੇ ਆ। ਇਸ ਤੋਂ ਇਲਾਵਾ ਲੋਕਡਾਊਨ ਵਿੱਚ ਯੂਪੀ ਤੋਂ 55 ਪੱਤਰਕਾਰਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ। ਉਹ ਆਪਣੇ ਆਪ 'ਚ ਇੱਕ ਚੀਜ਼ ਤਾਂ ਸੀ ਕਿ ਦਿਮਾਗ 'ਚ ਤਾਂ ਸੀਗੀ ਕਿ ਆਪਾਂ ਗਰਾਊਂਡ ਜ਼ੀਰੋ ਤੋਂ ਰਿਪੋਰਟ ਕਰ ਰਹੇ ਹਾਂ, ਸਾਡੇ ਨਾਲ ਕੋਈ ਵੀ ਧੱਕਾ ਹੋ ਸਕਦਾ, ਤੇ ਹੋਇਆ ਵੀ ਉਹ ਚੀਜ਼ ਸੀਗੀ। ਪਰ ਮਤਲਬ ਮੈਨੂੰ ਲੱਗਦਾ ਕਿ ਗਰਾਊਂਡ ਜ਼ੀਰੋ ਤੋਂ ਰਿਪੋਰਟ ਕਰਨਾ ਜੋਖਿਮ ਭਰਾ ਕੰਮ ਜ਼ਰੂਰ ਹੈਗਾ, ਲੇਕਿਨ ਪੱਤਰਕਾਰਿਤਾ ਵਾਸਤੇ ਜ਼ਰੂਰੀ ਕੰਮ ਵੀ ਹੈ। ਤਾਂ ਮੈਂ ਉਹੀ ਆਪਣਾ ਕੰਮ ਮੈਂ ਕਰ ਰਿਹਾ ਸੀਗਾ। ਜਿਸ ਵੇਲੇ ਤੁਹਾਨੂੰ ਜੇਲ੍ਹ ਚ ਲਿਜਾਇਆ ਗਿਆ, ਮਨਦੀਪ, ਤੁਸੀਂ ਦੱਸ ਰਹੇ ਸੀਗੇ ਵੀ ਉਦੋਂ ਪੁਲਿਸ ਤੁਹਾਨੂੰ ਜਾਣਦੀ ਸੀ ਚੰਗੇ ਤਰੀਕੇ ਨਾਲ, ਤੁਹਾਡਾ ਨਾਮ ਲੈ ਕੇ ਤੁਹਾਨੂੰ ਕੁੱਟ ਰਹੀ ਸੀਗੀ ਜਦੋਂ ਤੁਹਾਨੂੰ ਧਰੂ ਕੇ ਲਿਜਾਇਆ ਜਾ ਰਿਹਾ ਸੀਗਾ। ਵੀਡੀਓ ਦੇ ਵਿੱਚ ਵੀ ਅਸੀਂ ਉਹ ਚੀਜ਼ ਦੇਖੀ ਹੈ। ਤਾਂ ਉਸ ਵੇਲੇ ਤੁਹਾਨੂੰ ਟਾਰਗੇਟ ਵੀ ਕੀਤਾ ਜਾ ਰਿਹਾ ਸੀਗਾ ਵੀ ਤੁਸੀਂ ਦੱਸ ਰਹੇ ਸੀਗੇ ਕਿ ਵੀ ਉਹ ਮੇਰਾ ਨਾਮ ਵੀ ਲੈ ਰਹੇ ਸੀਗੇ, ਉਹ ਇਹ ਕਹਿ ਵੀ ਰਹੇ ਸੀ ਵੀ ਇਹਨੂੰ ਫੜੋ, ਇਹ ਬੜੇ ਦਿਨਾਂ ਤੋਂ ਰਿਪੋਰਟਿੰਗ ਕਰ ਰਿਹਾ ਹੈ। ਸੋ ਤੁਹਾਨੂੰ ਲੱਗ ਰਿਹਾ ਸੀਗਾ ਵੀ ਜਿਸ ਤਰੀਕੇ ਨਾਲ ਟਾਰਗੇਟ ਮਨਦੀਪ ਕੀਤਾ ਜਾ ਰਿਹਾ ਹੈ, ਸੋ ਗਿਣੀ ਮਿੱਥੀ ਪੁਲਿਸ ਦੀ ਪਹਿਲਾਂ ਤੋਂ ਹੀ ਇਹ ਕੋਸ਼ਿਸ਼ ਸੀਗੀ ਵੀ ਜਦੋਂ ਤੁਹਾਨੂੰ ਘੇਰਾ ਪਾਉਂਦੇ ਜਾਂ ਜਦੋਂ ਤੁਹਾਨੂੰ ਚੁੱਕਣ ਵੀ ਆਏ ਸੀ। ਥੋੜਾ ਸਾ ਡਿਸਟਰਬੈਂਸ ਜੀ ਮਨਦੀਪ, ਆਵਾਜ਼ ਆ ਰਹੀ ਹੈ ਜੀ? ਸੁਣ ਪਾ ਰਹੇ ਹੋ? ਹਾਂਜੀ, ਆਵਾਜ਼ ਆ ਰਹੀ। ਮਨਦੀਪ, ਅਗਰ ਉਹ ਪਹਿਲਾਂ ਤੋਂ ਹੀ ਉਹਨਾਂ ਦੀ ਕੋਸ਼ਿਸ਼ ਸੀਗੀ, ਕਿਉਂਕਿ ਉਹਨਾਂ ਨੂੰ ਪਤਾ ਲੱਗਿਆ ਸੀਗਾ ਕਿ ਮੈਂ ਇਸ ਇਸ਼ੂ ਤੇ ਮੈਂ ਰਿਪੋਰਟ ਕਰ ਰਿਹਾ ਤੇ ਕਿਉਂਕਿ ਮੈਂ ਉਹਨਾਂ ਤੋਂ ਸਵਾਲ ਵੀ ਪੁੱਛੇ ਸੀਗੇ ਪੁਲਿਸ ਵਾਲਿਆਂ ਤੋਂ 30 ਤਰੀਕ ਨੂੰ। ਮਨਦੀਪ, ਇਹਦੇ ਨਾਲ ਹੀ ਮੇਰਾ ਇੱਕ ਹੋਰ ਵੀ ਸਵਾਲ ਹੈ। ਪੁੱਛਿਆ ਸੀਗਾ ਕਿ ਜੀ
ਇਹਦੇ ਨਾਲ ਹੀ ਮੇਰਾ ਇੱਕ ਹੋਰ ਵੀ ਮਨਦੀਪ ਸਵਾਲ ਇਹ ਹੈ ਵੀ ਠੀਕ ਹੈ ਤੁਸੀਂ ਦੱਸ ਰਹੇ ਹੋ ਵੀ ਉਹ ਤੁਹਾਨੂੰ ਮਤਲਬ ਟਾਰਗੇਟ ਤਾਂ ਤੁਹਾਨੂੰ ਕੀਤਾ ਗਿਆ ਸੀਗਾ, ਤੁਹਾਡੇ ਵਰਗੇ ਕਈ ਪੱਤਰਕਾਰ ਉੱਥੇ ਹੋਰ ਵੀ ਮੌਜੂਦ ਸੀਗੇ ਜਿਹੜੇ ਰਿਪੋਰਟਿੰਗ ਕਰ ਰਹੇ ਸੀ, ਔਰ ਅਸੀਂ ਦੇਖ ਰਹੇ ਸੀ ਉਹ ਵੀ ਖੁੱਲ ਕੇ ਹੀ ਰਿਪੋਰਟਿੰਗ ਕਰ ਰਹੇ ਸੀਗੇ। ਸੋ ਫਿਰ ਸਿਰਫ ਮਨਦੀਪ ਪੁਨੀਆ ਹੀ ਕਿਉਂ? ਕਿ ਕੋਈ ਇੱਕ ਵਜ੍ਹਾ ਇਹੋ ਜਿਹੀ ਹੈਗੀ ਹੈ ਜਿਹੜੀ ਤੁਹਾਡੇ ਜ਼ਿਹਨ ਦੇ ਵਿੱਚ ਆਉਂਦੀ ਹੋਵੇ ਵੀ ਮੈਨੂੰ ਕੱਲੇ ਨੂੰ ਟਾਰਗੇਟ ਉਸ ਟਾਈਮ ਦੇ ਉੱਤੇ ਕਿਉਂ ਕੀਤਾ ਗਿਆ? ਕਿਹੜੀ ਇਹੋ ਜਿਹੀ ਰਿਪੋਰਟ ਜਿਹੜੀ ਉਹਨਾਂ ਨੂੰ ਚੁੱਭ ਗਈ? ਉਹ ਰਿਪੋਰਟ ਸੀਗੀ ਜਦੋਂ ਜਿਹੜੀ ਮੈਂ 30 ਤਾਰੀਖ ਨੂੰ ਸਵੇਰੇ ਜਿਹੜੀ ਵੀਡੀਓ ਫਾਈਲ ਕੀਤੀ, ਉਹਦੇ ਵਿੱਚ ਮੈਂ ਦੱਸਿਆ ਕਿ ਜਿਹੜਾ ਬੀਜੇਪੀ ਦੇ ਜਿਹੜੇ ਕੌਣ ਲੋਕ ਸੀ ਜਿਹੜੇ ਕੱਲ ਬੱਟੇ 29 ਤਾਰੀਖ ਨੂੰ ਜਿਹੜੇ ਬੱਟੇ ਮਾਰ ਰਹੇ ਸੀ, ਉਸ ਰਿਪੋਰਟ ਕਾਰਨ ਉਹਨਾਂ ਨੇ ਮੈਨੂੰ ਚੁੱਕਿਆ। ਮੈਨੂੰ ਲੱਗਦਾ ਇਹ ਮੇਰਾ ਮੰਨਣਾ ਹੈ ਜੀ। ਇਸ ਤੋਂ ਇਲਾਵਾ ਮਨਦੀਪ ਤੁਸੀਂ ਕੀ ਦੱਸ ਰਹੇ ਸੀਗੇ ਜਿਸ ਇਸ ਤੋਂ ਪਹਿਲਾਂ ਜਦੋਂ ਮੈਂ ਤੁਹਾਨੂੰ ਟੋਕਿਆ ਸੀ ਤਾਂ ਤੁਸੀਂ ਆਪਣੀ ਗੱਲ ਪੂਰੀ ਕਰ ਸਕਦੇ ਹੋ। ਮਤਲਬ ਮੇਰਾ ਇਹੀ ਸੀਗਾ ਕਿ ਉਹਨਾਂ ਦਾ ਪੂਰੇ ਦਿਮਾਗ 'ਚ ਸੀਗਾ ਕਿ ਜਿਹੜੇ ਵੀ ਪੱਤਰਕਾਰ ਹੁਣ ਗਰਾਊਂਡ ਜ਼ੀਰੋ ਤੋਂ ਰਿਪੋਰਟ ਕਰ ਰਹੇ ਹੈਗੇ ਆ, ਉਹਨਾਂ ਦੇ ਕੰਮ 'ਚ ਖਲਲ ਪਾਉਣ ਦਾ ਸੀਗਾ। ਉਸੇ ਦਿਨ ਹੋਰ ਵੀ ਬਥੇਰੇ ਪੱਤਰਕਾਰ ਸੀਗੇ ਜਿਨ੍ਹਾਂ ਨੂੰ ਪ੍ਰੋਟੈਸਟ ਸਾਈਟ ਦੇ ਅੰਦਰ ਨਹੀਂ ਜਾਣ ਦਿੱਤਾ ਤੇ ਉਹਨਾਂ ਨੂੰ ਤੰਗ ਕੀਤਾ ਗਿਆ, ਤੇ ਪਰ ਉਹ ਮੇਰੇ ਤੇ ਜਿਹੜਾ ਹਮਲਾ ਹੈਗਾ ਉਹਨਾਂ ਨੇ ਜ਼ਿਆਦਾ ਤਿੱਖਾ ਕਰਤਾ ਤੇ ਮੈਨੂੰ ਜੇਲ੍ਹ 'ਚ ਸੁੱਟਤਾ। ਜੀ ਮਨਦੀਪ, ਕਿਵੇਂ ਕਾਰਵਾਈ ਸਾਰੀ ਚੱਲੀ? ਤੁਹਾਡੀ ਜੇਲ੍ਹ ਤੋਂ ਬਾਹਰ ਆਉਣ ਤੱਕ ਦਾ ਜਿਹੜਾ ਸਮਾਂ ਹੈ, ਕਿਵੇਂ ਪ੍ਰੈਸ਼ਰ ਬਣਿਆ ਪੁਲਿਸ ਦੇ ਉੱਤੇ? ਤੇ ਤੁਹਾਨੂੰ ਲੱਗਦਾ ਸੀ ਵੀ ਇੰਨੀ ਜਲਦੀ ਜਿਹੜਾ ਹੈ ਤੁਸੀਂ ਬਾਹਰ ਆ ਸਕਦੇ ਹੋ? ਕਿਉਂਕਿ ਅਸੀਂ ਦੇਖਿਆ ਕਿ ਬਹੁਤ ਸਾਰੇ ਹੋਰ ਲੋਕ ਜਿਹੜੇ ਕਿ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਨੇ, ਕਈ ਪੱਤਰਕਾਰ ਵੀ ਉਹਨਾਂ ਦੇ ਵਿੱਚ ਨੇ, ਔਰ ਨੌਦੀਪ ਕੌਰ ਦਾ ਮਾਮਲਾ ਵੀ ਤੁਸੀਂ ਜਾਣਦੇ ਹੀ ਹੋ ਕਿਸ ਤਰੀਕੇ ਨਾਲ ਉਹਨਾਂ ਦੀ ਹਜੇ ਰਿਹਾਈ ਦਾ ਕੁਝ ਵੀ ਸਮਾਂ ਮੁਕੰਮਲ ਨਹੀਂ ਹੋ ਰਿਹਾ। ਸੋ ਤੁਹਾਨੂੰ ਫਿਰ ਵੀ ਬਾਹਰ ਕਰ ਦਿੱਤਾ ਗਿਆ, ਤੁਸੀਂ ਬਾਹਰ ਆ ਗਏ ਹੋ। ਸੋ ਤੁਹਾਨੂੰ ਪਹਿਲਾਂ ਤੋਂ ਇਹ ਲੱਗ ਰਿਹਾ ਸੀ ਵੀ ਇੰਨੀ ਜਲਦੀ ਬਾਹਰ ਆ ਸਕਦੇ ਹੋ, ਜਾਂ ਕਿਵੇਂ ਪੁਲਿਸ ਦੇ ਉੱਤੇ ਪ੍ਰੈਸ਼ਰ ਜਿਹੜਾ ਬਿਲਡਅਪ ਹੋਇਆ? ਦੇਖੋ ਜੀ, ਪੁਲਿਸ ਨੇ ਮੈਨੂੰ ਨਹੀਂ ਛੱਡਿਆ, ਇਹ ਤਾਂ ਕੋਰਟ ਦਾ ਮੈਂ ਥੈਂਕਸ ਕਰਾਂਗਾ। ਉਹਨਾਂ ਨੇ ਬੇਲ ਦਿੱਤੀ ਹੈ ਹਨਾ, ਤੇ ਪੁਲਿਸ ਨੇ ਤਾਂ ਆਪਣੇ ਵੱਲੋਂ ਜਿੰਨੀ ਵੀ ਧਾਰਾਵਾਂ ਹੋ ਸਕਦੀਆਂ ਸੀਗੀਆਂ ਉਹ ਸਾਰੀਆਂ ਲਾਈਆਂ ਨੇ ਮੇਰੇ ਤੇ ਮੈਨੂੰ ਜੇਲ੍ਹ 'ਚ ਭੇਜਿਆ ਹੈਗਾ। ਉਹਦਾ ਕੋਰਟ ਤੇ ਇੱਕ ਜਿਹੜਾ ਐਵੀਡੈਂਸ ਸੀਗਾ ਜਦੋਂ ਮੈਨੂੰ ਚੁੱਕ ਰਹੇ ਨੇ, ਉਸ ਵੀਡੀਓ ਨੇ ਠੀਕ ਠਾਕ ਕੰਮ ਕੀਤਾ। ਉਹਦੀ ਵਜ੍ਹਾ ਨਾਲ ਹੀ ਮੈਂ ਅੱਜ ਬਾਹਰ ਆ। ਉਸ ਵੀਡੀਓ ਦੀ ਵਜ੍ਹਾ ਨਾਲ ਹੀ ਜਿਹੜੀ ਮੇਰੀ ਆਵਾਜ਼ ਸੀਗੀ ਉਹ ਲੋਕਾਂ ਤੱਕ ਗਈ। ਲੋਕਾਂ ਨੇ ਜਦੋਂ ਉਹ ਵੀਡੀਓ ਦੇਖੀ ਤੇ ਲੋਕਾਂ ਨੂੰ ਲੱਗਿਆ ਕਿ ਇਹ ਤਾਂ ਸ਼ਰੇਆਮ ਧੱਕਾ ਹੈਗਾ। ਇੱਕ ਬੰਦਾ ਆਪਣੀ ਗਰਾਊਂਡ ਰਿਪੋਰਟ ਕਰਿਆ, ਉਹਨੂੰ ਖੀਂਚ ਕੇ ਲੈ ਜਾ ਰਹੇ ਨੇ, ਉਹਨੂੰ ਕੁੱਟ ਰਹੇ ਨੇ ਤੇ ਉਹਦੇ ਤੇ ਹੀ ਪਰਚਾ ਕਰਕੇ ਉਹਨੂੰ ਜੇਲ੍ਹ 'ਚ ਸੁੱਟ ਦੇ ਰਹੇ ਨੇ। ਤਾਂ ਉਸ ਚੀਜ਼ ਨੇ ਬਹੁਤ ਹੈਲਪ ਕੀਤਾ ਮੇਰੇ ਉਸ ਵਾਸਤੇ। ਹਾਂ, ਇਹ ਤਾਂ ਹੈਗਾ ਕਿ ਕਿਉਂਕਿ ਮੈਨੂੰ ਨਹੀਂ ਪਤਾ ਸੀ ਕਿ ਕੋਈ ਇਸ ਤਰੀਕੇ ਦੀ ਵੀਡੀਓ ਬਣੀ ਹੈ। ਜਦੋਂ ਮੈਂ ਜੇਲ੍ਹ 'ਚ ਗਿਆ ਤਾਂ ਮੈਨੂੰ ਸੀਗਾ ਕਿ ਜਿਵੇਂ ਹੋਰ ਪੱਤਰਕਾਰ ਹੈਗੇ ਜਿਹੜੇ 4-4 5-5 ਮਹੀਨਿਆਂ ਤੋਂ ਬੰਦ ਨੇ, ਕਈ ਸਾਲ ਤੋਂ ਬੰਦ ਨੇ, ਉਹਨਾਂ ਵਾਂਗ ਮੈਂ ਵੀ ਸ਼ਾਇਦ ਇੱਥੇ ਹੀ ਸੜਦਾ ਰਹਾਂ, ਪਰ ਮੇਰੀ ਬੇਲ ਹੋ ਗਈ ਫਾਈਨਲੀ। ਜੀ ਮਨਦੀਪ, ਕੀ ਲੱਗਦਾ ਹੁਣ ਪੱਤਰਕਾਰਾਂ ਦੇ ਲਈ ਕਿਵੇਂ ਦਾ ਮਾਹੌਲ ਲੱਗਦਾ ਜਦੋਂ ਪੱਤਰਕਾਰੀ ਕਰਨਗੇ? ਕੀ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਸਰਕਾਰ ਨੂੰ ਲੈ ਕੇ ਇੱਕ ਡਰ ਜਿਹਾ ਬਣਿਆ ਹੋਏਗਾ, ਸਪੈਸ਼ਲੀ ਤੁਹਾਡਾ ਇਨਸੀਡੈਂਟ ਦੇਖਣ ਤੋਂ ਬਾਅਦ? ਦੇਖੋ ਜੀ, ਉਹਨਾਂ ਦੀ ਪੂਰੀ ਕੋਸ਼ਿਸ਼ ਤਾਂ ਹੈਗੀ ਆ ਕਿ ਪੱਤਰਕਾਰਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਜਾਵੇ। ਇਸੇ ਕਰਕੇ ਉਹ ਹੁਣ ਪ੍ਰੋਟੈਸਟ ਸਾਈਟਾਂ ਤੇ ਜਿਹੜੇ ਪੱਤਰਕਾਰ ਹੈਗੇ ਆ ਉਹਨਾਂ ਨੂੰ ਜਾਣ ਵੀ ਨਹੀਂ ਦੇ ਰਹੇ। ਪੱਤਰਕਾਰ 15-15 20-20 ਕਿਲੋਮੀਟਰ ਪੈਦਲ ਚੱਲ ਕੇ ਪ੍ਰੋਟੈਸਟ ਸਾਈਟਾਂ ਤੇ ਜਾ ਰਹੇ ਨੇ। ਆਈ ਕਾਰਡ ਦਿਖਾਉਣ ਬਾਅਦ ਵੀ ਪੱਤਰਕਾਰਾਂ ਨੂੰ ਉੱਥੇ ਐਂਟਰੀ ਨਹੀਂ ਦੇ ਰਹੇ ਉਹ ਲੋਕ। ਤੇ ਉਹ ਜਿਹੜਾ ਡਰ ਦਾ ਮਾਹੌਲ ਹੈਗਾ ਕਿ ਕੋਈ ਵੀ ਜਿਹੜੀ ਸੱਚ ਨੂੰ ਉਹ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਨਾ ਦਿਖਾਵੇ ਕੋਈ ਪੱਤਰਕਾਰ। ਉਹਨਾਂ ਦੀ ਇਹ ਤਾਂ ਕੋਸ਼ਿਸ਼ ਹੈਗੀ ਆ। ਲੇਕਿਨ ਪਰ ਮੈਨੂੰ ਲੱਗਦਾ ਕਿ ਜਿਹੜੇ ਪੱਤਰਕਾਰ ਹੈਗੇ ਆ ਉਹ ਕ੍ਰੀਏਟਿਵ ਲੋਕ ਹੁੰਦੇ ਨੇ, ਉਹ ਤਰੀਕੇ ਲੱਭ ਹੀ ਲੈਂਦੇ ਨੇ ਰਿਪੋਰਟ ਕਰਨ ਦੇ ਅੱਡ ਤਰੀਕੇ ਨਾਲ, ਤੇ ਹੁਣ ਵੀ ਉਹ ਲੱਭ ਹੀ ਲੈਣਗੇ। ਅੱਗੇ ਵੀ ਚਾਹੇ ਕਿੰਨਾ ਵੀ ਰੋਕਣਗੇ ਇਹ, ਪਰ ਇਹ ਤਰੀਕੇ ਲੱਭ ਹੀ ਲੈਣਗੇ। ਜੀ ਮਨਦੀਪ, ਜਿਸ ਵੇਲੇ ਸਾਰੀ ਚੀਜ਼ ਚਲੋ ਹੋ ਗਈ, ਤੁਸੀਂ ਬਾਹਰ ਆ ਕੇ ਸਾਰੀ ਦਾਸਤਾਨ ਵੀ ਜਿਹੜੀ ਆ ਉਹ ਦੱਸ ਦਿੱਤੀ ਕਿ ਕੀ ਕੁਝ ਹੋਇਆ। ਹੁਣ ਤੁਸੀਂ ਸਿੰਘੂ ਬਾਰਡਰ ਦੇ ਉੱਤੇ ਫਿਰ ਤੋਂ ਚਲੇ ਗਏ ਹੋ ਔਰ ਰਿਪੋਰਟਿੰਗ ਉੱਥੇ ਕਰ ਰਹੇ ਹੋ। ਜਦੋਂ ਸਿੰਘੂ ਬਾਰਡਰ ਦੇ ਉੱਤੇ ਹੁਣ ਪਹੁੰਚੇ ਹੋ ਤਾਂ ਜਿਸ ਵੇਲੇ ਤੁਹਾਨੂੰ ਅਰੈਸਟ ਕੀਤਾ ਗਿਆ ਸੀ ਉਸ ਤੋਂ ਪਹਿਲਾਂ ਦੇ ਹਾਲਾਤਾਂ 'ਚ ਤੇ ਹੁਣ ਦੇ ਹਾਲਾਤਾਂ ਦੇ ਵਿੱਚ ਕੀ ਫਰਕ ਦੇਖ ਰਹੇ ਹੋ? ਔਰ ਸਪੈਸ਼ਲੀ ਮਨਦੀਪ, ਕਿਤੇ ਨਾ ਕਿਤੇ ਤੁਹਾਡੇ ਅੰਦਰ ਹਜੇ ਵੀ ਇਹ ਚੀਜ਼ ਲੱਗਦੀ ਆ ਵੀ ਹਜੇ ਵੀ ਜਿਵੇਂ ਪੁਲਿਸ ਤੁਹਾਨੂੰ ਉੱਥੇ ਦੇਖਦੀ ਹੋਏਗੀ, ਜਾਂ ਫਿਰ ਤੋਂ ਕੁਝ ਹੋ ਸਕਦਾ ਹੈ, ਕੁਝ ਏਦਾਂ ਦਾ ਮਹਿਸੂਸ ਹੁੰਦਾ, ਜਾਂ ਪਹਿਲਾਂ ਵਾਂਗੂ ਨਿਧੜਕ ਹੋ ਕੇ ਆਪਣੀ ਜਿਹੜੀ ਰਿਪੋਰਟਿੰਗ ਹੈ ਤੁਸੀਂ ਉਦਾਂ ਹੀ ਕਰ ਰਹੇ ਹੋ? ਦੇਖੋ, ਰਿਪੋਰਟਿੰਗ ਕਰਨਾ ਤਾਂ ਕੰਮ ਹੈਗਾ ਗਰਾਊਂਡ ਜ਼ੀਰੋ ਤੋਂ, ਉਹ ਮੇਰਾ ਕਰਮ ਹੈਗਾ ਤੇ ਉਹ ਤਾਂ ਮੈਂ ਕਰਾਂਗਾ ਹੀ। ਇਸ ਇਨਸੀਡੈਂਟ ਤੋਂ ਬਾਅਦ ਮੈਨੂੰ ਮਤਲਬ ਹੋਰ ਦੁੱਗਣੀ ਤਾਕਤ ਨਾਲ ਕੰਮ ਕਰਨ ਦੀ ਹਿੰਮਤ ਜ਼ਰੂਰ ਮਿਲੀ ਹੈ। ਲੇਕਿਨ ਮੈਂ ਸਾਵਧਾਨ ਵੀ ਹਾਂ, ਚੌਕੰਨਾ ਵੀ ਹਾਂ, ਕਦੇ ਪੁਲਿਸ ਦੁਬਾਰੇ ਮੇਰੇ ਤੇ ਹਮਲਾ ਨਾ ਕਰ ਦੇ।
ਤੇ ਜੀ। ਦੂਜਾ ਇਹ ਹੈ ਕਿ ਸਿੰਘੂ ਬਾਰਡਰ ਤੇ ਹੁਣ ਜਿਹੜਾ ਹੈਗਾ ਉਹ ਇਕੱਠ ਬਹੁਤ ਜ਼ਿਆਦਾ ਵੱਧ ਰਿਹਾ ਹੈ। ਲੋਕਾਂ ਨੂੰ ਸਮਝ ਆ ਰਿਹਾ ਹੈ ਹੂੰ, ਕਿ ਸਾਡੇ ਮੁੰਡਿਆਂ ਤੇ ਅਟੈਕ ਹੋ ਰਿਹਾ ਹੈ, ਸਾਡੇ ਪੱਤਰਕਾਰਾਂ ਤੇ ਅਟੈਕ ਹੋ ਰਿਹਾ, ਸਾਡੇ ਕਿਸਾਨਾਂ ਤੇ ਅਟੈਕ ਹੋ ਰਿਹਾ, ਕਿਸਾਨਾਂ ਦੇ ਬੱਟੇ ਮਾਰੇ ਗਏ, ਹੂੰ, ਪੱਤਰਕਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਹੜੇ ਨੌਜਵਾਨ ਕਿਸਾਨ ਸੀਗੇ ਉਹ ਗ੍ਰਿਫਤਾਰ ਕਰ ਲਏ ਗਏ, ਹੂੰ, ਹੂੰ, ਤੇ ਜਿਹੜੇ ਹੂੰ, ਜਿਹੜੇ ਮਜ਼ਦੂਰ ਕਿਸਾਨਾਂ ਦਾ ਸਾਥ ਦੇ ਰਹੇ ਸੀ ਉਹ ਅਰੈਸਟ ਹੂੰ, ਕਰ ਲਏ ਗਏ। ਤਾਂ ਇਸ ਕਰਕੇ ਜਿਹੜੀ ਇਕੱਠ ਹੈਗਾ ਉਹ ਵੱਧ ਰਿਹਾ, ਤੇ ਉਹ ਜਿਹੜਾ ਏਕਾ ਹੈਗਾ ਹਰਿਆਣੇ ਪੰਜਾਬ ਦਾ, ਤੇ ਹੁਣ ਰਾਜਸਥਾਨ, ਉੱਤਰ ਪ੍ਰਦੇਸ਼ ਤੋਂ ਵੀ ਹੂੰ। ਵੱਡੀ ਗਿਣਤੀ ਚ ਲੋਕ ਸ਼ਰੀਕ ਹੋ ਰਹੇ ਨੇ। ਜੀ। ਮਨਦੀਪ, ਬਾਕੀ ਜਿਹੜੇ ਪੱਤਰਕਾਰ ਹੈ ਰਿਪੋਰਟਿੰਗ ਕਰ ਰਹੇ ਸੀ, ਸਪੈਸ਼ਲੀ ਅਸੀਂ ਜਦੋਂ ਰੀਜਨਲ ਮੀਡੀਆ ਦੀ ਗੱਲ ਕਰਦੇ ਹਾਂ, ਸਾਰੇ ਉੱਥੇ ਪਹੁੰਚੇ ਹੋਏ ਸੀ, ਪੰਜਾਬੀ ਪੱਤਰਕਾਰ ਵੀ ਸਾਰੇ ਰਿਪੋਰਟਿੰਗ ਕਰ ਹੀ ਰਹੇ ਸੀਗੇ। ਤੇ ਹੁਣ ਜਦੋਂ ਪੱਤਰਕਾਰਾਂ ਦੇ ਉੱਤੇ ਇਸ ਤਰੀਕੇ ਨਾਲ ਅਟੈਕ ਹੋਣ ਲੱਗੇ, ਅਸੀਂ ਦੇਖਿਆ ਕਿ ਜਿਸ ਤਰੀਕੇ ਨਾਲ ਨਿਊਜ਼ 18 ਦੇ ਪੱਤਰਕਾਰ ਜਿਹੜੇ ਨੇ ਮਨੋਜ, ਉਹਨਾਂ ਦੀ ਵੀ ਗੱਡੀ ਦੇ ਉੱਤੇ ਹਮਲਾ ਹੋਇਆ, ਕੁਝ ਲੋਕਾਂ ਨੇ ਉਹਨਾਂ ਦਾ ਕੈਮਰਾ ਖੋਲਿਆ। ਬਿਲਕੁਲ ਤੁਹਾਡੇ ਇੰਸੀਡੈਂਟ ਤੋਂ ਆਈ ਥਿੰਕ 2-3 ਦਿਨ ਬਾਅਦ ਦੀ ਹੀ ਉਹ ਗੱਲ ਹੈ। ਉਹਨਾਂ ਦੇ ਉੱਤੇ ਜਿਸ ਤਰੀਕੇ ਨਾਲ ਹਮਲਾ ਹੋ ਕੇ ਉਹਨਾਂ ਦਾ ਕੈਮਰਾ ਕੁਮਰਾ ਖੋਲਿਆ ਗਿਆ। ਸੋ ਉਸ ਤੋਂ ਬਾਅਦ ਤੁਹਾਡੀ ਵਾਲੀ ਜਿਹੜੀ ਹੈਗੀ ਆ ਸਾਰੀ ਤਸਵੀਰ, ਉਹ ਵੀ ਲੋਕਾਂ ਨੇ ਦੇਖੀ ਹੈ, ਪੱਤਰਕਾਰਾਂ ਨੇ ਵੀ ਦੇਖੀ ਹੈ। ਹੁਣ ਪੱਤਰਕਾਰ ਤੁਹਾਨੂੰ ਲੱਗਦਾ ਵੀ ਮੈਦਾਨ ਦੇ ਵਿੱਚ ਉਵੇਂ ਹੀ ਡਟੇ ਦਿਖਾਈ ਦੇ ਰਹੇ ਨੇ? ਤੁਹਾਡੀ ਗੱਲ ਤਾਂ ਅਸੀਂ ਸੁਣ ਲਈ ਕਿ ਤੁਸੀਂ ਰਿਪੋਰਟਿੰਗ ਕਰ ਹੀ ਰਹੇ ਹੋ, ਬਾਕੀ ਪੱਤਰਕਾਰਾਂ ਦੇ ਲਈ ਕਿਵੇਂ ਦਾ ਮਾਹੌਲ ਹੈ? ਕਿ ਉਹ ਦਿਖਾਈ ਦੇ ਰਹੇ ਨੇ ਸਿੰਘੂ ਬਾਰਡਰ ਦੇ ਉੱਤੇ ਜਾਂ ਦੂਜੇ ਟਿਕਰੀ ਬਾਰਡਰ ਤੇ? ਨਹੀਂ, ਉਹਨਾਂ ਨੂੰ ਤੰਗ ਤਾਂ ਕੀਤਾ ਹੀ ਜਾ ਰਿਹਾ। ਦੇਖੋ ਜੀ, ਜਿਹੜੇ ਹੂੰ, ਪੱਤਰਕਾਰ ਆਨਲਾਈਨ ਮੀਡੀਆ ਚ ਜੁੜੇ ਹੋਏ ਸੀਗੇ, ਉਹ ਤਾਂ ਮਤਲਬ ਉੱਥੋਂ ਆਨਲਾਈਨ ਇੰਟਰਨੈਟ ਦੇ ਮਾਧਿਅਮ ਰਾਹੀਂ ਤਾਂ ਚੀਜ਼ਾਂ ਨੂੰ ਭੇਜ ਰਹੇ ਸੀ। ਉੱਥੇ ਇੰਟਰਨੈਟ ਸ਼ਟ ਡਾਊਨ ਕੀਤਾ ਗਿਆ। ਹੂੰ, ਸਭ ਤੋਂ ਪਹਿਲਾਂ ਜਿਹੜਾ ਅਟੈਕ ਸੀਗਾ ਪੱਤਰਕਾਰਾਂ ਤੇ, ਉਹ ਇੰਟਰਨੈਟ ਸ਼ਟ ਹੂੰ, ਡਾਊਨ ਕਰਕੇ ਕੀਤਾ ਗਿਆ। ਤੇ ਬਿਲਕੁਲ। ਦੂਜਾ ਜਿਹੜਾ ਅਟੈਕ ਸੀਗਾ, ਉਹਨਾਂ ਨੂੰ ਐਂਟਰੀ ਉਹਨਾਂ ਦੀ ਬੈਨ ਕਰ ਦਿੱਤੀ ਗਈ। 15-15 20-20 ਕਿਲੋਮੀਟਰ ਉਹ ਹੂੰ, ਪੈਦਲ ਤੁਰ ਕੇ ਆ ਰਹੇ ਸੀਗੇ, ਤੇ ਆਈ ਕਾਰਡ ਹੂੰ, ਦਿਖਾਣ ਤੋਂ ਬਾਅਦ ਵੀ ਉਹਨਾਂ ਨੂੰ ਐਂਟਰੀ ਨਹੀਂ ਮਿਲ ਰਹੀ ਸੀ। ਨਿਊਜ਼ ਲਾਂਡਰੀ ਦੀ ਪੱਤਰਕਾਰ ਨਿਧੀ ਹੂੰ, ਨੂੰ ਵੀ ਨਹੀਂ ਜਾਣ ਦਿੱਤਾ ਗਿਆ, ਤੇ ਹੋਰ ਜਿਹੜੇ ਪੱਤਰਕਾਰ ਸੌਰਵ ਸ਼ੁਕਲਾ ਸੀਗੇ ਐਨਡੀਟੀਵੀ ਦੇ, ਉਹਨਾਂ ਨੂੰ ਨਹੀਂ ਜਾਣ ਦਿੱਤਾ ਗਿਆ। ਹੂੰ, ਤੇ ਇਸ ਤਰੀਕੇ ਨਾਲ ਹੂੰ, ਉਹ ਪੂਰਾ ਇੱਕ ਕੋਸ਼ਿਸ਼ ਤਾਂ ਕਰ ਰਹੇ ਨੇ ਕਿ ਪ੍ਰੋਟੈਸਟ ਸਾਈਟਾਂ ਤੇ ਨਾ ਪਹੁੰਚਣ ਜਿਹੜੇ ਹੈਗੇ ਆ ਪੱਤਰਕਾਰ। ਹੂੰ, ਹੂੰ, ਹੂੰ। ਜਿਸ ਤਰ੍ਹਾਂ ਦਾ ਦਬਾਅ ਮਨਦੀਪ ਬਣਾਉਣ ਦੀ ਕੋਸ਼ਿਸ਼ ਪੱਤਰਕਾਰਾਂ ਤੇ ਕੀਤੀ ਜਾ ਰਹੀ ਹੈ, ਕੀ ਲੱਗਦਾ ਹੈ ਯੂਥ ਦੇ ਉੱਤੇ ਕੀ ਇਫੈਕਟ ਪਏਗਾ? ਸਪੈਸ਼ਲੀ ਜਿਹੜੇ ਜਰਨਲਿਜ਼ਮ ਦੇ ਸਟੂਡੈਂਟਸ ਨੇ, ਜਿਹੜੇ ਇਸ ਫੀਲਡ ਦੇ ਵਿੱਚ ਆਉਣ ਦੀ ਤਿਆਰੀ ਕਰ ਰਹੇ ਨੇ, ਉਹਨਾਂ ਦੇ ਅੰਦਰ ਕਿਸ ਤਰੀਕੇ ਦਾ ਡਰ ਪਏਗਾ? ਕੀ ਸਿੱਖਣਗੇ ਉਹ ਅਜਿਹੀ ਸਥਿਤੀ ਤੋਂ? ਦੇਖੋ, ਡਰ ਦਾ ਮਾਹੌਲ ਤਾਂ ਬਹੁਤ ਪਹਿਲਾਂ ਤੋਂ ਹੀ ਚੱਲ ਰਿਹਾ ਹੈ। ਇਹ 5-6 ਸਾਲ ਹੋ ਹੂੰ, ਗਏ, ਪਰ ਇਹ ਹੁਣ ਥੋੜਾ ਜ਼ਿਆਦਾ ਖੁੱਲ ਕੇ ਐਕਸਪੋਜ਼ ਹੋਏ ਨੇ ਕਿ ਜਿਹੜੇ ਡਰ ਦਾ ਮਾਹੌਲ ਹੂੰ, ਫੈਲਾਉਣ ਵਾਲੇ ਹੈਗੇ ਆ। ਤੇ ਹੂੰ, ਮੈਨੂੰ ਲੱਗਦਾ ਹੈ ਕਿ ਡਰਨ ਦੀ ਤਾਂ ਲੋੜ ਨਹੀਂ, ਕਿਉਂਕਿ ਜਿੰਨਾ ਡਰਾਂਗੇ ਇਹ ਉਹਨਾਂ ਹੂੰ, ਹੋਰ ਡਰਾਣਗੇ। ਆਪਣਾ ਕੰਮ ਹੈ ਹੂੰ, ਗਰਾਊਂਡ ਤੋਂ ਰਿਪੋਰਟ ਕਰਦੇ ਰਹਿਣਾ, ਤੇ ਇਹਨਾਂ ਨੂੰ ਐਕਸਪੋਜ਼ ਕਰਦੇ ਰਹਿਣਾ ਜਿਹੜੇ ਕਿ ਡਰ ਦਾ ਮਾਹੌਲ ਫੈਲਾ ਰਹੇ ਨੇ, ਤੇ ਆਪਾਂ ਨੂੰ ਉਹ ਕਰਦਾ ਰਹਿਣਾ ਚਾਹੀਦਾ। ਬਾਕੀ ਹੂੰ, ਦੇਖਾਂਗੇ ਜੋ ਕੁਝ ਹੋਊਗਾ। ਇਹ ਬਿਨਾਂ ਹੂੰ। ਲੜੇ ਤਾਂ ਮੈਨੂੰ ਲੱਗਦਾ ਹੈ ਕਿ ਜਿਹੜਾ ਅਗਲਾ ਸਵੇਰਾ ਹੈ ਉਹ ਹੋਣਾ ਨਹੀਂ ਨਾ। ਮਨਦੀਪ ਪੁਨੀਆ ਨੂੰ ਸਾਰੇ ਹੀ ਅਸੀਂ ਜਾਣਦੇ ਹਾਂ ਕਿ ਜਦੋਂ ਪੱਤਰਕਾਰੀ ਕਰ ਰਹੇ ਸੀ ਉਦੋਂ ਹੀ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਕੀਤਾ ਗਿਆ, ਔਰ ਫਿਲਹਾਲ ਅਦਾਲਤ ਦੇ ਵਿੱਚ ਜਦੋਂ ਪੇਸ਼ੀ ਹੋਈ ਤਾਂ ਮਨਦੀਪ ਰਿਹਾ ਹੋ ਗਏ ਔਰ ਇਸ ਵੇਲੇ ਬਾਹਰ ਨੇ, ਔਰ ਫਿਰ ਤੋਂ ਮਨਦੀਪ ਸਿੰਘੂ ਬਾਰਡਰ ਦੇ ਉੱਤੇ ਰਿਪੋਰਟਿੰਗ ਕਰਨ ਦੇ ਲਈ ਤਾਂ ਪਹੁੰਚੇ ਹੋਏ ਨੇ। ਔਰ ਇਹੀ ਉਹਨਾਂ ਦੀ ਮਤਲਬ ਹੁਣ ਤੱਕ ਜਿੰਨੀ ਵੀ ਗੱਲ ਸਾਡੀ ਮਨਦੀਪ ਦੇ ਨਾਲ ਹੋਈ ਹੈ ਉਹ ਇਹੀ ਹੈ ਕਿ ਹਜੇ ਵੀ ਨਿਤੜਕ ਹੋ ਕੇ ਜਿਹੜੀ ਹੈ ਉਹ ਕਹਿੰਦੇ ਪੱਤਰਕਾਰੀ ਕਰਨੀ ਤਾਂ ਮਤਲਬ ਇੱਕ ਪੱਤਰਕਾਰ ਦਾ ਪੇਸ਼ਾ ਹੁੰਦਾ ਔਰ ਉਹ ਕਰ ਵੀ ਰਹੇ ਨੇ। ਪਰ ਕਿਤੇ ਨਾ ਕਿਤੇ ਮਨਦੀਪ ਦਾ ਇਹ ਵੀ ਕਹਿਣਾ ਹੈ ਵੀ ਡਰ ਤੇ ਸਹਿਮ ਦਾ ਜਿਹੜਾ ਮਾਹੌਲ ਹੈ ਉਹ ਬਣਿਆ ਹੋਇਆ ਹੈ। ਡਰ ਦਿਖਾਈ ਦੇ ਰਹੀ ਹੈ ਔਰ ਕਿਤੇ ਨਾ ਕਿਤੇ ਇਸ ਡਰ ਦਾ ਜਿਹੜਾ ਮਾਹੌਲ ਹੈ ਉਹ ਪੱਤਰਕਾਰਾਂ ਦੇ ਉੱਤੇ ਵੀ ਦਿਖਾਈ ਦੇ ਰਿਹਾ, ਪਰ ਫਿਰ ਵੀ ਪੱਤਰਕਾਰ ਕੋਸ਼ਿਸ਼ ਕਰ ਰਹੇ ਨੇ। ਹਾਲਾਂਕਿ ਇੰਟਰਨੈਟ ਸੇਵਾਵਾਂ ਜਿਹੜੀਆਂ ਨੇ ਉਹ ਬੰਦ ਕਰ ਦਿੱਤੀਆਂ ਗਈਆਂ ਨੇ। ਜਿੰਨੀ ਕੋਸ਼ਿਸ਼ ਹੋ ਸਕਦੀ ਸੀਗੀ ਸਿੰਘੂ ਬਾਰਡਰ ਤੇ, ਟਿਕਰੀ ਬਾਰਡਰ ਤੇ, ਗਾਜ਼ੀਪੁਰ ਬਾਰਡਰ ਦੇ ਉੱਤੇ ਉਹ ਕੋਸ਼ਿਸ਼ ਤਾਂ ਇਹ ਕੀਤੀ ਗਈ ਹੈ ਵੀ ਜਿਹੜੀ ਰਿਪੋਰਟਿੰਗ ਹੈ ਉਹ ਕਿਸੇ ਵੀ ਤਰੀਕੇ ਨਾਲ ਨਾ ਹੋ ਸਕੇ, ਜਿਹੜਾ ਕਮਿਊਨੀਕੇਸ਼ਨ ਹੈ ਉਹ ਕਿਤੇ ਨਾ ਕਿਤੇ ਟੁੱਟ ਜਾਵੇ। ਇਸ ਲਈ ਇੰਟਰਨੈਟ ਸੇਵਾਵਾਂ ਜਿਹੜੀਆਂ ਨੇ ਉਹ ਬੰਦ ਕਰ ਦਿੱਤੀਆਂ ਗਈਆਂ ਸੀ, ਪਰ ਇੰਟਰਨੈਟ ਸੇਵਾਵਾਂ ਜਿਹੜੀਆਂ ਨੇ ਉਸ ਦੇ ਬਾਵਜੂਦ ਵੀ ਪੱਤਰਕਾਰ ਜਿਹੜੇ ਨੇ ਕੋਈ ਨਾ ਕੋਈ ਆਪਣਾ ਹੱਲ ਕੱਢ ਕੇ ਆਪਣੀ ਰਿਪੋਰਟਿੰਗ ਜਿਹੜੀ ਹੈ ਉਹ ਕਰ ਰਹੇ ਨੇ। ਉਹਨਾਂ ਦੀ ਇਹ ਕੋਸ਼ਿਸ਼ ਹੈ ਕਿ ਕਿਸੇ ਵੀ ਤਰੀਕੇ ਨਾਲ ਜਿਹੜੀ ਹੈ ਉਹ ਆਪਣੀ ਬੇਧੜਕ ਹੋ ਕੇ ਜਿਹੜੀ ਹੈ ਆਪਣੀ ਖਬਰ ਜਿਹੜੀ ਹੈ ਉਹ ਉਸਨੂੰ ਜਿਹੜੀ ਤਸਵੀਰ ਹੈ ਉਹ ਬਿਆਨ ਕਰ ਸਕਣ, ਉਸਨੂੰ ਦਿਖਾ ਸਕਣ। ਸੋ ਮਨਦੀਪ ਵੀ ਸਾਡੇ ਨਾਲ ਜੁੜੇ ਹੋਏ ਸੀ। ਫਿਲਹਾਲ ਦੁਬਾਰਾ ਤੋਂ ਕੋਸ਼ਿਸ਼ ਕਰਦੇ ਆ ਕਿ ਮਨਦੀਪ ਦੇ ਨਾਲ ਜਿਹੜਾ ਸਾਡਾ ਰਾਬਤਾ ਫਿਰ ਤੋਂ ਹੋ ਸਕੇ। ਔਰ ਇਹ ਜ਼ਰੂਰ ਦੱਸੀਏ ਕਿ ਹੁਣ ਤੱਕ ਦੀ ਸਿਚੁਏਸ਼ਨ ਦੇ ਮੁਤਾਬਕ ਲੋਕ ਸਭਾ ਰਾਜ ਸਭਾ ਦੇ ਵਿੱਚ ਵੀ ਕਾਫੀ ਹੰਗਾਮਾ ਹੁੰਦਾ ਰਿਹਾ। ਵਿਰੋਧੀ ਧਿਰਾਂ ਨੇ ਘੇਰਿਆ ਸਰਕਾਰ ਨੂੰ ਖੂਬ, ਔਰ ਸਵਾਲ ਕਰਦੀਆਂ ਰਹੀਆਂ ਵਿਰੋਧੀ ਧਿਰਾਂ ਵੀ ਕਿਸਾਨਾਂ ਦੇ ਮੁੱਦੇ ਦੇ ਉੱਤੇ ਜਿਹੜਾ ਹੈ ਉਹ ਸਰਕਾਰ ਕਿਉਂ ਕੋਈ ਸਟੈਂਡ ਨਹੀਂ ਲੈ ਰਹੀ। ਮੋਦੀ ਸਰਕਾਰ ਨੇ ਇਹ ਜ਼ਰੂਰ ਕਹਿ ਦਿੱਤਾ ਹੈ, ਕਿਤੇ ਨਾ ਕਿਤੇ ਇਹ ਕਲੀਅਰ ਜ਼ਰੂਰ ਕਰ ਦਿੱਤਾ ਹੈ ਕਿ ਜਿਹੜਾ
ਹੁਣ ਹੈ ਉਹ ਬਿੱਲ ਜਿਹੜੇ ਹੈ ਉਹ ਵਾਪਸ ਨਹੀਂ ਲਏ ਜਾਣੇ, ਉਹ ਮਾਫ ਨਹੀਂ ਹੋਣੇ, ਰੱਦ ਨਹੀਂ ਕੀਤੇ ਜਾਣੇ। ਪਰ ਕੋਸ਼ਿਸ਼ ਇਹੀ ਹੈ ਕਿ ਕਿਸੇ ਤਰੀਕੇ ਨਾਲ ਸਰਕਾਰ ਦੇ ਉੱਤੇ ਦਬਾਅ ਇੰਨਾ ਬਣਾਇਆ ਜਾ ਸਕੇ ਕਿ ਸਰਕਾਰ ਬਿੱਲ ਵਾਪਸ ਰਹੇ। ਸਾਰਿਆਂ ਨੇ ਸੁਣਿਆ ਕਿ ਅੱਜ ਹਰਸਿਮਰਤ ਕੌਰ ਬਾਦਲ ਨੇ ਵੀ ਜਿਸ ਤਰੀਕੇ ਨਾਲ ਲੋਕ ਸਭਾ ਦੇ ਵਿੱਚ ਆਪਣੀ ਗੱਲ ਕਹੀ, ਤੇ ਹਰਸਿਮਰਤ ਕੌਰ ਬਾਦਲ ਨੇ ਵੀ ਹਾਲਾਂਕਿ ਮਨਦੀਪ ਪੁਨੀਆ ਦਾ ਮੁੱਦਾ ਵੀ ਉਹਨਾਂ ਨੇ ਚੁੱਕਿਆ ਤੇ ਜ਼ੋਰਾਂ ਸ਼ੋਰਾਂ ਦੇ ਨਾਲ ਗੱਜ ਕੇ ਉਹਨਾਂ ਨੇ ਸਰਕਾਰ ਨੂੰ ਬੜੇ ਤਰ੍ਹਾਂ ਦੇ ਸਵਾਲ ਪੁੱਛੇ। ਕਿਸਾਨਾਂ ਦੇ ਮੁੱਦੇ ਦੇ ਉੱਤੇ ਹਰਸਿਮਰਤ ਕੌਰ ਬਾਦਲ ਨੇ ਆਪਣੀ ਜਿਹੜੀ ਗੱਲ ਰੱਖੀ ਹੈ, ਔਰ ਉਹਨਾਂ ਨੇ ਕਿਹਾ ਕਿ ਅਸੀਂ ਨਾਲ ਖੜੇ ਆ ਕਿਸਾਨਾਂ ਦੇ, ਤੇ ਅਸੀਂ ਜਿਹੜੀ ਹੈ ਇਹ ਨਹੀਂ ਚੱਲਣ ਦੇਵਾਂਗੇ। ਉਧਰੋਂ ਸਾਰੇ ਕਿਤੇ ਨਾ ਕਿਤੇ ਕਾਂਗਰਸ ਕਮੇਟੀ ਨੇ ਵੀ ਇਹ ਰਣਨੀਤੀ ਬਣਾਈ ਆ ਵੀ ਅਸੀਂ ਸਾਰੇ ਜਿਹੜੇ ਆ ਜਿਹੜੇ ਸਰਕਾਰੀ ਇਹ ਕਾਨੂੰਨ ਜਿਹੜੇ ਬਿੱਲ ਲਿਆਂਦੇ ਗਏ ਨੇ ਉਹਨਾਂ ਦੇ ਅਗੇਂਸਟ ਅਸੀਂ ਬਿੱਲ ਲਿਆਵਾਂਗੇ ਤੇ ਡਟ ਕੇ ਜਿਹੜਾ ਅਸੀਂ ਸੰਸਦ ਦੇ ਵਿੱਚ ਇਸ ਮੁੱਦੇ ਨੂੰ ਚੁੱਕਾਂਗੇ ਤੇ ਇਹਨਾਂ ਬਿੱਲਾਂ ਦੇ ਖਿਲਾਫ ਅਸੀਂ ਪੂਰੀ ਲੜਾਈ ਲੜਾਂਗੇ, ਔਰ ਕਿਸਾਨ ਅੰਦੋਲਨ ਦੇ ਨਾਲ ਅਸੀਂ ਸਾਰੇ ਖੜੇ ਹੋਏ ਆ। ਸੋ ਇਹ ਸਭ ਕੁਝ ਇਸ ਵੇਲੇ ਜੋ ਹੈ ਉਹ ਵਾਪਰ ਰਿਹਾ, ਔਰ ਇਹੀ ਕੋਸ਼ਿਸ਼ ਹੈ ਕਿ ਫਿਰ ਤੋਂ ਜਿਹੜੀ ਉਹ ਤਸਵੀਰ ਹੈ, ਜਿਹੜੀ ਸਹੀ ਤਸਵੀਰ ਹੈ ਉਹ ਸਾਹਮਣੇ ਆ ਸਕੇ। ਅਸੀਂ ਕੋਸ਼ਿਸ਼ ਲਗਾਤਾਰ ਕਰ ਰਹੇ ਹਾਂ ਕਿ ਮਨਦੀਪ ਦੇ ਨਾਲ ਰਾਬਤਾ ਫਿਰ ਤੋਂ ਕੀਤਾ ਜਾ ਸਕੇ, ਤੇ ਮਨਦੀਪ ਇਸ ਟਾਈਮ ਉੱਥੇ ਰਿਪੋਰਟਿੰਗ ਜੇ ਕਰ ਰਹੇ ਨੇ ਤੇ ਜਿਹੜੀ ਮਨਦੀਪ ਤੇ ਰਿਪੋਰਟਿੰਗ ਕੀਤੀ ਜੋ ਇਸ ਵੇਲੇ ਦੇ ਸਿੰਘੂ ਬਾਰਡਰ ਦੀ ਉੱਥੇ ਤਸਵੀਰ ਬਣੀ ਹੋਈ ਹੈ ਉਹ ਵੀ ਦਿਖਾਈ ਜਾ ਸਕੇ। ਟੈਕਨੀਕਲ ਇਸ਼ੂ ਦੇ ਕਰਕੇ ਮਨਦੀਪ ਦੇ ਨਾਲ ਜਿਹੜਾ ਉਹ ਰਾਬਤਾ ਨਹੀਂ ਹੋ ਪਾ ਰਿਹਾ, ਪਰ ਇਹ ਜ਼ਰੂਰ ਦੱਸ ਦਈਏ ਕਿ ਅਸੀਂ ਸਾਡੀ ਪੂਰੀ ਕੋਸ਼ਿਸ਼ ਹੈ ਕਿ ਦੁਬਾਰਾ ਤੋਂ ਉਹਨਾਂ ਨਾਲ ਰਾਬਤਾ ਕੀਤਾ ਜਾਏ। ਅਜਿਹੇ ਦੇ ਵਿੱਚ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਹਾਂ ਕਿ ਜੋ ਉਹਨਾਂ ਦੀ ਵੀ ਰਾਏ ਹੈ ਇਸ ਮਾਮਲੇ ਸੰਬੰਧੀ ਉਹ ਵੀ ਆਪਣੀ ਜਿਹੜੀ ਗੱਲ ਹੈ ਉਹ ਖੁੱਲ ਕੇ ਸਾਹਮਣੇ ਰੱਖਣ ਤੇ ਦੱਸਣ ਵੀ। ਪਰ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਜੋ ਹਾਲਾਤ ਇਸ ਵੇਲੇ ਭਾਰਤ ਦੇ ਵਿੱਚ ਬਣੇ ਹੋਏ ਨੇ, ਜੋ ਜੰਗ ਇਸ ਵੇਲੇ ਛਿੜੀ ਹੋਈ ਹੈ, ਉਸ ਦੇ ਵਿੱਚ ਕਿਤੇ ਵੀ ਇਹ ਅਜੇ ਦਿਖਾਈ ਨਹੀਂ ਦੇ ਰਿਹਾ ਕਿ ਜਿਹੜੇ ਬਿੱਲ ਨੇ ਉਹ ਸਰਕਾਰ ਰੱਦ ਕਰਨ ਦੀ ਰਾਹ ਦੇ ਉੱਤੇ ਤੁਰਦੀ ਨਜ਼ਰ ਆ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਲਾਮ ਨਬੀ ਆਜ਼ਾਦ ਦੀ ਰਿਹਾਈ ਦੇ ਉੱਤੇ ਜਾਂ ਉਹਨਾਂ ਦੀ ਵਿਦਾਈ ਦੇ ਉੱਤੇ ਤਾਂ ਕਾਫੀ ਜ਼ਿਆਦਾ ਭਾਵੁਕ ਦਿਖਾਈ ਦਿੱਤੇ, ਔਰ ਆਪਣੇ ਹੰਝੂ ਵੀ ਉਹਨਾਂ ਨੇ ਜਿਹੜੇ ਬਹਾਏ ਨੇ, ਔਰ ਗੁਜਰਾਤ ਦੇ ਜਿਹੜੇ ਲੋਕ ਨੇ ਜਿਹੜੇ ਮਰੇ ਸੀ ਉਸ ਵੇਲੇ ਉਹਨਾਂ ਦੇ ਉੱਤੇ ਵੀ ਭਾਵੁਕ ਹੁੰਦੇ ਦਿਖਾਈ ਦਿੱਤੇ। ਪਰ ਇਹ ਬਹੁਤ ਹੀ ਜ਼ਿਆਦਾ ਸ਼ਰਮਨਾਕ ਗੱਲ ਹੈ ਕਿ ਜਿਹੜੇ ਕਿਸਾਨ ਅੰਦੋਲਨ ਦੌਰਾਨ ਜਿਹੜੇ ਲੋਕ ਮਰ ਗਏ, ਜਿਹੜੇ ਨਹੀਂ ਰਹੇ, ਜਿਨ੍ਹਾਂ ਨੇ ਸ਼ਹੀਦੀਆਂ ਆਪਣੀਆਂ ਪਾਈਆਂ ਨੇ, ਉਹਨਾਂ ਦੇ ਵਾਸਤੇ ਦੋ ਸ਼ਬਦ ਪ੍ਰਧਾਨ ਮੰਤਰੀ ਨੇ ਸੰਸਦ ਦੇ ਵਿੱਚ ਨਹੀਂ ਕਹੇ, ਰਾਜ ਸਭਾ ਦੇ ਵਿੱਚ ਕੁਝ ਵੀ ਨਹੀਂ ਬੋਲੇ, ਜਿਸ ਕਰਕੇ ਵਿਰੋਧੀ ਧਿਰਾਂ ਨੇ ਵੀ ਇਸ ਮੁੱਦੇ ਨੂੰ ਚੁੱਕਿਆ ਤੇ ਉਹਨਾਂ ਦੇ ਨਿਸ਼ਾਨੇ ਦੇ ਉੱਤੇ ਵੀ ਹੈ ਪ੍ਰਧਾਨ ਮੰਤਰੀ ਆਏ ਕਿ ਉਹਨਾਂ ਨੇ ਉਹਨਾਂ ਮ੍ਰਿਤਕਾਂ ਦੇ ਲਈ ਦੋ ਸ਼ਬਦ ਕਿਉਂ ਨਹੀਂ ਬੋਲੇ। ਔਰ ਕਿਤੇ ਨਾ ਕਿਤੇ ਉਹਨੂੰ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਦਬਾਅ ਬਣਾਇਆ ਜਾ ਸਕੇ ਮੋਦੀ ਸਰਕਾਰ ਦੇ ਉੱਤੇ ਤੇ ਇਹ ਬਿੱਲ ਜਿਹੜੇ ਨੇ ਉਹਨਾਂ ਦਾ ਕੋਈ ਹੱਲ ਨਿਕਲ ਸਕੇ। ਮਨਦੀਪ ਪੁਨੀਆ ਨਾਲ ਜਦੋਂ ਗੱਲ ਹੋ ਰਹੀ ਸੀ ਤਾਂ ਮਨਦੀਪ ਨੇ ਵੀ ਦੱਸਿਆ ਕਿ ਕਿੰਨੀ ਜ਼ਿਆਦਾ ਭੀੜ ਜਿਹੜੀ ਹੈ ਉਹ ਇਕੱਠੀ ਹੋ ਰਹੀ ਹੈ, ਲੋਕ ਜਿਹੜੇ ਨੇ ਉਹ ਵੱਡੇ ਵੱਡੇ ਕਾਫਲੇ ਦੇ ਵਿੱਚ ਪਹੁੰਚ ਰਹੇ ਨੇ, ਔਰ ਉੱਥੇ ਪੂਰਾ ਜਮਾਵੜਾ ਜਿਹੜਾ ਹੈ ਉਹ ਲੱਗ ਰਿਹਾ ਹੈ, ਔਰ ਲੋਕ ਦੂਰੋਂ ਦੂਰੋਂ ਇਸ ਅੰਦੋਲਨ ਦਾ ਹਿੱਸਾ ਬਣਨ ਦੇ ਲਈ ਆ ਰਹੇ ਨੇ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਅਕਤੂਬਰ ਤੱਕ ਦੇ ਸਾਡੇ ਡੇਰੇ ਇੱਥੇ ਹੀ ਨੇ, ਮਹਾਪੰਚਾਇਤਾਂ ਥਾਂ ਥਾਂ ਤੇ ਹੋ ਰਹੀਆਂ ਨੇ, ਕਈ ਪਿੰਡਾਂ ਦੇ ਵਿੱਚ, ਹਰਿਆਣਾ ਦੇ ਵਿੱਚ ਕਈ ਥਾਵਾਂ ਦੇ ਵਿੱਚ ਮਹਾਪੰਚਾਇਤਾਂ, ਖਾਪ ਪੰਚਾਇਤਾਂ ਕੀਤੀਆਂ ਜਾ ਰਹੀਆਂ ਨੇ ਇਸ ਅੰਦੋਲਨ ਨੂੰ ਹੋਰ ਬਲ ਮਿਲ ਸਕੇ। ਪਰ ਕੋਸ਼ਿਸ਼ ਹੁਣ ਦੇਖੋ ਕਿੱਧਰ ਨੂੰ ਜਾਂਦੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਆਪਣੀ ਅੜੀ ਤੇ ਅੜੇ ਹੋਏ ਨੇ ਉਹ ਕੀ ਸਟੈਂਡ ਹੁਣ ਲੈਂਦੇ ਨੇ। ਵਿਦੇਸ਼ਾਂ ਤੋਂ ਵੀ ਲਗਾਤਾਰ ਜਿਹੜੀ ਹੈ ਉਹ ਸਮਰਥਨ ਪਹੁੰਚ ਰਿਹਾ ਹੈ, ਔਰ ਕਿਤੇ ਨਾ ਕਿਤੇ ਜਿਹੜੇ ਇੱਥੇ ਵੀ ਜਿਹੜੇ ਬੈਠੇ ਲੋਕ ਨੇ, ਭਾਰਤ ਨਾਲ ਜਿਹੜੇ ਜੁੜੇ ਲੋਕ ਨੇ, ਉਹ ਆਪਣੇ ਪੱਧਰ ਦੇ ਉੱਤੇ ਵਿਦੇਸ਼ਾਂ ਦੇ ਵਿੱਚ ਬੈਠੇ ਵੀ ਪ੍ਰਦਰਸ਼ਨ ਕਰ ਰਹੇ ਨੇ ਤਾਂ ਕਿ ਮੋਦੀ ਸਰਕਾਰ ਦੇ ਕੰਨਾਂ ਤੱਕ ਆਪਣੀ ਗੱਲ ਪਹੁੰਚਾਈ ਜਾ ਸਕੇ। ਹਾਲਾਂਕਿ ਭਾਰਤ ਦੇ ਵੱਲੋਂ ਇਹ ਬਾਰ-ਬਾਰ ਗੱਲ ਕਹੀ ਜਾ ਰਹੀ ਹੈ ਕਿ ਅੰਦਰੂਨੀ ਮਸਲਾ ਹੈ ਤੇ ਬਾਹਰ ਦੇ ਲੋਕ ਨਾ ਦਖਲ ਦੇਣ, ਪਰ ਹੁਣ ਇਹ ਅੰਦਰੂਨੀ ਮਸਲਾ ਨਹੀਂ ਰਿਹਾ, ਔਰ ਲੋਕ ਵੀ ਵਿਦੇਸ਼ਾਂ 'ਚ ਬੈਠੇ ਵੀ ਲੋਕ ਕਹਿ ਰਹੇ ਨੇ ਕਿ ਅਸੀਂ ਖੁਦ ਵੀ ਇੰਡੀਅਨ ਆ, ਔਰ ਅਸੀਂ ਜੇ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਹਾਂ ਪਰ ਸਾਡੀਆਂ ਜੜ੍ਹਾਂ ਉੱਥੇ ਨੇ, ਤੇ ਇਹ ਮੁੱਦਾ ਸਿਰਫ ਅੰਦਰੂਨੀ ਨਹੀਂ ਸਾਡੇ ਨਾਲ ਵੀ ਜੁੜਿਆ ਹੋਇਆ ਮੁੱਦਾ ਹੈ। ਸੋ ਇਹੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਹਾਲ ਮਨਦੀਪ ਪੁਨੀਆ ਦੇ ਨਾਲ ਅਸੀਂ ਜੁੜਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਹਜੇ ਤੱਕ ਉਹਨਾਂ ਦੇ ਨਾਲ ਸਾਡਾ ਰਾਬਤਾ ਨਹੀਂ ਹੋ ਰਿਹਾ। ਸੋ ਜਿਹੜੀ ਕੁਝ ਤਸਵੀਰ ਅਸੀਂ ਬਿਆਨ ਕਰਨਾ ਚਾਹੁੰਦੇ ਸੀਗੇ ਕਿ ਸਿੰਘੂ ਬਾਰਡਰ ਦੇ ਉੱਤੇ, ਟਿਕਰੀ ਬਾਰਡਰ ਦੇ ਉੱਤੇ ਇਸ ਵੇਲੇ ਕੀ ਹੋ ਰਿਹਾ ਹੈ ਉਹ ਦਿਖਾਈ ਨਹੀਂ ਜਾ ਸਕੀ। ਮਤਲਬ ਉਹ ਜਿਹੜੀ ਹੈ ਅਸੀਂ ਉਹਨਾਂ ਦੇ ਉਹ ਜਾਣਨਾ ਚਾਹੁੰਦੇ ਸੀਗੇ ਕਿ ਉਹ ਇਸ ਵੇਲੇ ਕੀ ਉੱਥੇ ਦੇਖ ਰਹੇ ਨੇ, ਕਿਸ ਤਰੀਕੇ ਲੋਕਾਂ ਦੀ ਤਿਆਰੀ ਚੱਲ ਰਹੀ ਹੈ, ਅਗਲੀ ਰਣਨੀਤੀ ਕਿਸਾਨ ਜਥੇਬੰਦੀਆਂ ਦੀ ਕੀ ਹੈ, ਤੇ ਅੱਗੇ ਜਿਹੜਾ ਹੈ ਪੁਲਿਸ ਦੀ ਜਿਹੜੀ ਬੈਰੀਗੇਡਿੰਗ ਕੀਤੀ ਗਈ ਸੀ ਇਸ ਉਹਨਾਂ ਦੇ ਵਿੱਚ ਆਇਆ ਇਹ ਜਾਣਕਾਰੀ ਵੀ ਮਿਲ ਰਹੀ ਹੈ ਕਿ ਪੁਲਿਸ ਉਤੋਂ ਥੋੜੀ ਜੀ ਘਟਾਈ ਜਾ ਰਹੀ ਹੈ, ਔਰ ਆਪਣੀ ਆਪਣੀ ਜਿਹੜੀਆਂ ਕੁਝ ਟੁਕੜੀਆਂ ਸੀ ਪੁਲਿਸ ਦੀਆਂ ਉਹ ਵਾਪਿਸ ਭੇਜੀਆਂ ਜਾ ਰਹੀਆਂ ਨੇ, ਤੇ ਮਾਹੌਲ ਹਜੇ ਜਿਹੜਾ ਉੱਥੇ ਪੀਸਫੁਲ ਹੀ ਬਣਿਆ ਹੋਇਆ। ਸੋ ਅੱਗੇ ਵੀ ਕਿਸਾਨ ਜਥੇਬੰਦੀਆਂ ਦੀ ਇਹ ਕੋਸ਼ਿਸ਼ ਹੈ ਕਿ ਸ਼ਾਂਤਮਈ ਤਰੀਕੇ ਦੇ ਨਾਲ ਹੀ ਜਿਹੜਾ ਇਹ ਅੰਦੋਲਨ ਚੱਲ ਸਕੇ। ਪਰ ਓਰੀਜਨਲ ਤਸਵੀਰ ਜਿਹੜੀ ਉੱਥੋਂ ਦੀ ਕੀ ਬਣੀ ਹੈ ਉਹ ਦਿਖਾਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। ਫਿਲਹਾਲ ਦੇ ਲਈ ਮਨਦੀਪ ਪੁਨੀਆ ਨਾਲ ਸਾਡਾ ਰਾਬਤਾ ਨਹੀਂ ਹੋ ਪਾਇਆ,
ਕੋਸ਼ਿਸ਼ ਕਰਾਂਗੇ ਕਿ ਦੁਬਾਰਾ ਤੋਂ ਉਹਨਾਂ ਨਾਲ ਜੁੜੀਏ ਤੇ ਜਿਹੜੀ ਸਹੀ ਤਸਵੀਰ ਹੈ ਉਹ ਤੁਹਾਨੂੰ ਵੀ ਅਸੀਂ ਜ਼ਰੂਰ ਦਿਖਾ ਸਕੀਏ। ਦ ਮਾਰਨਿੰਗ ਸ਼ੋਅ ਦੇ ਵਿੱਚ ਫਿਲਹਾਲ ਦੇ ਲਈ ਬਸ ਇੰਨਾ ਹੀ। ਫਿਰ ਤੋਂ ਕੋਸ਼ਿਸ਼ ਕਰਾਂਗੇ ਕਿ ਜੁੜ ਸਕੀਏ ਤੁਹਾਡੇ ਨਾਲ। ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।